ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੀਰਾ ਸਾਹਿਬ ਵੈਲਕਮ, ਸਵਾਗਤ, ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਜੀ, ਧੰਨਵਾਦ ਸਾਰਿਆਂ ਦਾ ਜੀ। ਅਕੀਦਾ ਸਾਹਿਬ, ਸੱਜਣ ਕੁਮਾਰ, ਵੈਸੇ ਜਦੋਂ ਇਹੋ ਜਿਹੇ ਨਾਂ ਆਉਂਦੇ ਨੇ ਨਾ ਤੇ ਐਵੇਂ ਇੱਕ ਜ਼ਖਮਾਂ ਤੋਂ ਨਾ ਉਹ ਮਲਮ ਲਾਉਣ ਵਾਲਾ ਕੰਮ ਨਹੀਂ ਹੁੰਦਾ, ਉਹਨਾਂ ਨੂੰ ਹੋਰ ਖਰੋਚਾਂ ਜਿਹੀਆਂ ਮਾਰੀਆਂ ਜਾਂਦੀਆਂ, ਖਾਸ ਤੌਰ ਤੇ ਉਹਨਾਂ ਪਰਿਵਾਰਾਂ ਤੇ। ਹਾਂਜੀ ਜੀ ਉਹਨਾਂ ਪਰਿਵਾਰਾਂ ਦੀਆਂ ਤੇ ਜ਼ਖਮਾਂ ਤੇ ਜਿਹੜੇ ਨੇ ਇਹ ਖਰੋਚ ਹੋਰ ਅੱਲੇ ਹੋ ਜਾਂਦੇ ਨੇ, ਮਲਮ ਨਹੀਂ ਲੱਗਦੀ। ਪਰੰਤੂ ਉਹ ਜਿਹੜੇ ਬੁਲਾਰੇ ਸਾਡੇ ਜਿਨ੍ਹਾਂ ਨੇ ਟਾਰਾਂ ਲਾ ਕੇ 1984 ਦੇ ਸਿੱਖ ਕਤਲੇਆਮ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਾਵਾਂ ਦੇ ਪੁੱਤਾਂ ਨੂੰ ਗੁੰਮਰਾਹ ਕਰਕੇ ਆਪਣੀਆਂ ਕੁਰਸੀਆਂ ਦੇ ਪਾਵੇ ਪੱਕੇ ਕੀਤੇ ਨੇ, ਜਿਹੜੇ ਨੇ ਕੁਝ ਚੰਗੇ ਜਿਹੜੇ ਸੁਹਿਰਦ ਨੇ ਉਹ ਮਾਫ਼ ਕਰ ਦਿਓ, ਤੇ ਬਾਕੀ ਲਾਂਤੀ ਜਿਹੜੇ ਉਹਨਾਂ ਨੂੰ ਚਾਅ ਚੜ੍ਹ ਜਾਂਦਾ ਵੀ ਆਹ 84 ਵਾਲਾ ਮਾਮਲਾ ਫੇਰ ਦੇ ਕੇ ਮੁੱਛਾਂ ਨੂੰ ਵੱਟ ਸਟੇਜ ਤੇ ਫੇਰ ਚੜ੍ਹ ਜਾਂਦੇ ਲਾਂਤੀ, ਜਿਨ੍ਹਾਂ ਨੇ ਕੌਮ ਨੂੰ ਧੋਖਾ ਦਿੱਤਾ ਹੁੰਦਾ। ਇੱਕ ਹੋਰ ਕੇਸ ਦੀ ਚਾਰਜਸ਼ੀਟ ਵਿੱਚ ਐਡਵੋਕੇਟ ਫੂਲਕਾ ਵੱਲੋਂ ਅਦਾਲਤ ਵਿੱਚ ਦਾਇਰ ਕੀਤੀ ਗਈ, ਇਹ ਤੀਜਾ ਕੇਸ ਹੈ ਸੱਜਣ ਕੁਮਾਰ ਦੇ ਖਿਲਾਫ। ਕੀ ਕਹਿਣਾ ਚਾਹੋਗੇ? ਸੱਜਣ ਕੁਮਾਰ ਦੇ ਖਿਲਾਫ ਇੱਕ ਹੋਰ ਕੇਸ ਜਿਸ ਵਿੱਚ 2 ਸਿੱਖਾਂ ਦਾ ਕਤਲ ਕੀਤਾ ਗਿਆ, ਉਸਦੀ ਚਾਰਜਸ਼ੀਟ ਫੂਲਕਾ ਜੀ ਨੇ ਅਦਾਲਤ ਵਿੱਚ ਫਾਈਲ ਕੀਤੀ ਹੈ। ਜਿਹੜਾ ਕੇਸ ਹੈ ਨਾ ਸੱਜਣ ਕੁਮਾਰ ਦਾ, ਬੜੇ ਇਸ ਕੇਸ ਵਿੱਚ ਵੀ ਸੱਜਣ ਕੁਮਾਰ ਦੀ ਗ੍ਰਿਫਤਾਰੀ ਪਾ ਲਈ ਗਈ, ਪਰ ਜੇਲ੍ਹ ਵਿੱਚ ਨੇ। 84 ਵਿੱਚ 3 ਕੇਸ ਆ, ਤੀਸਰਾ ਜਿਹੜਾ ਕਿ ਪਹਿਲਾਂ 2 ਕੇਸ ਪਹਿਲਾਂ ਚੱਲ ਰਹੇ ਨੇ ਸੱਜਣ ਕੁਮਾਰ ਦੇ ਉੱਪਰ। ਪਹਿਲਾ ਕੇਸ ਅਸੀਂ ਦਿੱਲੀ ਕੈਂਟ ਥਾਣੇ ਦਾ, ਜਿਸ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਹੋਈ ਆ, ਉਹ ਜੇਲ੍ਹ ਵਿੱਚ ਬੰਦ ਹੈ। ਦੂਜਾ ਕੇਸ ਸੁਲਤਾਨਪੁਰ ਥਾਣੇ ਦਾ, ਜਿਸ ਦੇ ਕੇਸ ਵਿੱਚ ਗਵਾਹੀਆਂ ਚੱਲ ਰਹੀਆਂ ਨੇ, ਅਜੇ ਉਹ ਗਵਾਹੀਆਂ ਦੇ ਵਿੱਚ ਅੱਗੇ ਟਰਾਇਲ ਕੇਸ ਹੈਗਾ ਉਹ। ਹੁਣ ਇਹ ਤੀਜਾ ਕੇਸ ਆ ਚਾਵਲਾ ਸਾਹਿਬ, ਇਹ ਸੁਭਾਸ਼ ਪੈਲਸ ਥਾਣੇ ਦਾ, ਜਿਸ ਵਿੱਚ ਸੱਜਣ ਕੁਮਾਰ ਉੱਤੇ 2 ਸਿੱਖਾਂ ਦੇ ਕਤਲ ਕਰਨ ਦਾ ਦੋਸ਼ ਹੈ, ਤੇ ਇਹ ਹੁਣ ਟਰਾਇਲ ਚੱਲੇਗਾ ਇਹਦਾ। ਕੋਰਟ ਨੇ ਇਸ ਕੇਸ ਵਿੱਚ ਅਗਲੀ ਤਰੀਕ 5 ਮਈ ਪਾਈ ਹੈ। ਇਸ ਕੇਸ ਵਿੱਚ 2 ਵਿਅਕਤੀ ਸੀਗੇ, ਇੱਕ ਪਿਓ ਸੀ ਜਸਵੰਤ ਸਿੰਘ, ਪੁੱਤਰ ਸੀ ਤਰਨ ਅਨੂਪ ਸਿੰਘ, ਇਹਨਾਂ ਦਾ ਕਤਲ ਰਾਜਨਗਰ ਲਾਈ ਬਾਗ ਵਿੱਚ ਕੀਤਾ ਗਿਆ ਸੀ, ਤੇ ਇਹ ਕੇਸ ਦਾ ਦੋਸ਼ ਦੇ ਤੌਰ ਤੇ ਸੱਜਣ ਕੁਮਾਰ ਤੇ ਲੱਗਿਆ ਹੈਗਾ। ਹੁਣ ਇਹ ਕੇਸ ਵੀ ਟਰਾਇਲ ਚੱਲੇਗਾ ਸੱਜਣ ਕੁਮਾਰ ਦੇ ਉੱਪਰ, ਕਿਵੇਂ ਅੱਗੇ ਉਹਦਾ ਕੀ ਹੁੰਦੀ ਆ, ਕਿੱਦਾਂ ਗਵਾਹੀਆਂ ਹੋਣਗੀਆਂ। ਫੁਲਕਾ ਹੋਰਾਂ ਨੇ ਅੱਜ ਇਸ ਸੰਬੰਧ ਵਿੱਚ ਆਪਣਾ ਬਿਆਨ ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਦੋਸਤੋ, ਅੱਜ ਰਾਤ ਨੂੰ ਜੋ ਬਜਟ ਪੇਸ਼ ਕੀਤਾ ਗਿਆ ਕੱਲ, ਉਸ ਨੂੰ ਲੈ ਕੇ ਚਰਚਾ ਜਿਹੜੀ ਸ਼ੁਰੂ ਹੋਈ ਹੈ, ਉਸ ਸੰਦਰਭ ਦੇ ਵਿੱਚ ਬਰੈਂਪਟਨ ਨਾਰਥ ਤੋਂ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਸਾਡੇ ਮਹਿਮਾਨ ਹੋਣਗੇ। ਜ਼ਰੂਰ ਰਾਤ ਨੂੰ 8:30 ਵਜੇ ਤੁਸੀਂ ਗੱਲਬਾਤ ਸੁਣੋਗੇ। ਕਿਸਾਨੀ ਸੰਘਰਸ਼ ਦੁਨੀਆ ਭਰ ਦੇ ਵਿੱਚ ਚਰਚਾ ਹੋ ਰਹੀ ਹੈ, ਉਸ ਨੂੰ ਲੈ ਕੇ ਵੰਡੀਆਂ ਵੀ ਬਣੀਆਂ ਪਈਆਂ ਹੋਈਆਂ ਨੇ, ਔਰ ਦੁਸ਼ਯੰਤ ਚੌਟਾਲਾ ਵੱਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਹੈ। ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਹੈਗੇ ਆ ਹਰਿਆਣੇ ਦੇ, ਬੀਜੇਪੀ ਦੇ ਨਾਲ ਸਮਝੌਤਾ ਉਹਨਾਂ ਦਾ ਹੋਇਆ, ਤੇ JJP ਉਹਨਾਂ ਦੀ ਪਾਰਟੀ ਹੈਗੀ ਆ। ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰ ਚੋਂ ਖਾਨਦਾਨ ਚ ਹੀ ਆ, ਤੇ ਦੇਵੀ ਲਾਲ ਦਾ ਪੋਤਾ ਹੈਗਾ, ਤੇ ਉਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਵੱਖ-ਵੱਖ ਥਾਵਾਂ ਉੱਤੇ ਜਦੋਂ ਜਾਂਦੇ ਆ, ਕਿਸਾਨ ਬੜੀਆਂ ਪ੍ਰੋਬਲਮਾਂ ਖੜੀਆਂ ਕਰਦੇ ਆ, ਜਹਾਜ਼ ਨਹੀਂ ਉਤਰ ਦਿੰਦੇ, ਥਾਂ ਤੇ ਉਹਨਾਂ ਦੀ ਵਿਰੋਧਤਾ ਹੋ ਰਹੀ ਹੈ, ਤੇ ਉਸ ਨੂੰ ਲੈ ਕੇ ਉਹਨਾਂ ਨੇ ਇੱਕ ਚਿੱਠੀ ਲਿਖੀ ਆ ਪ੍ਰਧਾਨ ਮੰਤਰੀ ਨੂੰ, ਤੇ ਚਿੱਠੀ ਬੜੇ ਮਿਹਨੇਦਾਰ ਹੈਗੀ ਆ। ਉਹਨਾਂ ਨੇ ਕਿਹਾ ਕਿ ਜਿਹੜੀ ਤੁਸੀਂ ਗੱਲਬਾਤ ਬੰਦ ਕੀਤੀ ਪਈ ਆ 22 ਜਨਵਰੀ ਤੋਂ ਬਾਅਦ, ਤੁਸੀਂ ਗੱਲ ਨਹੀਂ ਕੀਤੀ ਹੈਗੀ, 3 ਮਹੀਨੇ ਹੋ ਚੁੱਕੇ ਆ, ਤੇ ਤੁਹਾਨੂੰ ਗੱਲ ਕਰਨੀ ਚਾਹੀਦੀ ਆ ਕਿਸਾਨਾਂ ਦੇ ਨਾਲ। ਕਾਫੀ ਨੁਕਸਾਨ ਹੋ ਰਿਹਾ ਹਰਿਆਣੇ ਵਿੱਚ ਪਾਰਟੀ ਦਾ, ਅੱਗੇ ਵੀ ਨੁਕਸਾਨ ਹੋਣ ਦੀ ਸੰਭਾਵਨਾ ਹੈਗੀ ਆ, ਤੇ ਕਿਸਾਨਾਂ ਦਾ ਮੁੱਦਾ ਹੈਗਾ, ਕਿਸਾਨੀ ਮੁੱਦੇ ਦੀ ਸਾਨੂੰ ਗੱਲ ਕਰਨੀ ਚਾਹੀਦੀ ਆ, ਸਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਇਸ ਸੰਬੰਧ ਵਿੱਚ ਚਾਵਲਾ ਸਾਹਿਬ, ਭਾਵੇਂ ਕਿ BJP ਦਾ ਕਹਿੰਦੇ ਨੇਤਾ ਕਹਿੰਦੇ ਆ ਵੀ ਹਾਂ ਉਹ ਚੌਟਾਲੇ ਨੇ ਚਿੱਠੀ ਲਿਖੀ ਆ, ਤਾਂ ਪਹਿਲੇ ਗੱਲ ਕਰਨ ਨੂੰ ਤਿਆਰ ਹੈਗੇ ਆ, ਕਿਸਾਨ ਆਗੂ ਨਹੀਂ ਗੱਲ ਕਰ ਰਹੇ। ਤੇ ਉਹ ਦੂਜੇ ਪਾਸੇ ਜਿਹੜੇ ਸਰਵਣ ਸਿੰਘ ਪੰਧੇਰ ਹੈਗੇ ਆ, ਉਹਨਾਂ ਦਾ ਬਿਆਨ ਵੀ ਆਇਆ। ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਨਹੀਂ, ਅਸਲ 'ਚ ਮੋਦੀ ਸਰਕਾਰ ਵੱਲੋਂ ਗੱਲਬਾਤ ਨੂੰ ਰੋਕਿਆ ਹੋਇਆ, ਅਸੀਂ ਗੱਲ ਕਰਨਾ ਚਾਹੁੰਦੇ ਹਾਂ। ਸਾਡੀ ਇੱਕ ਨੁਕਾਤੀ ਮੰਗ ਹੈਗੀ ਆ, ਉਹ ਹੈਗੀ ਆ ਕਿ ਕਿਸਾਨੀ ਜਿਹੜੇ ਖੇਤੀ ਬਿੱਲ ਹੈਗੇ ਆ ਉਹ ਰੱਦ ਕਰੋ। ਦੁਸ਼ਯੰਤ ਚੌਟਾਲਾ ਵੱਲੋਂ ਲਿਖੀ ਚਿੱਠੀ ਦੇ ਬੜੇ ਮਾਇਨੇ ਆ ਚਾਵਲਾ ਸਾਹਿਬ ਭਾਜਪਾ ਦੀ ਰਾਜਨੀਤੀ ਵਿੱਚ, ਖਾਸ ਕਰ ਹਰਿਆਣੇ ਦੇ ਵਿੱਚ। ਜੇ ਉਸ ਚਿੱਠੀ ਮੁਤਾਬਕ ਗੱਲ ਨਹੀਂ ਹੁੰਦੀ
ਤੇ ਚੌਟਾਲਾ ਸਾਹਿਬ ਜੇ ਰਿਜ਼ਾਈਨ ਕਰ ਜਾਂਦੇ ਆ ਪਾਰਟੀ ਤੋਂ ਬਾਹਰ ਹੋ ਜਾਂਦੇ ਆ ਤਾਂ ਸਰਕਾਰ ਗਿਰ ਜਾਂਦੀ ਹੈ ਹਰਿਆਣੇ ਦੇ ਵਿੱਚ। ਇਹ ਚਿੱਠੀ ਦਾ ਬੜਾ ਮਹਿਨਾ ਚੱਲਦਾ। ਉਧਰ ਫੂਲਕਾ ਐਡਵੋਕੇਟ ਫੂਲਕਾ ਤੇ ਕੁੰਵਰ ਵਿਜੇ ਪ੍ਰਤਾਪ ਦੇ ਸਿੰਘ ਫਸਦੇ ਨਜ਼ਰ ਆ ਰਹੇ ਨੇ। ਕੁੰਵਰ ਵਿਜੇ ਪ੍ਰਤਾਪ ਨੇ ਦੋਸ਼ ਲਗਾਇਆ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਪੁਰਾ ਗੋਲੀकांड ਸੰਬੰਧੀ ਕੇਸ ਲੈਣ ਤੋਂ ਐਡਵੋਕੇਟ ਫੂਲਕਾ ਨੇ ਮਨਾ ਕੀਤਾ ਸੀ। ਹੁਣ ਕੀ ਮਨਾ ਕੀਤਾ, ਕਿਉਂ ਮਨਾ ਕੀਤਾ, ਉਧਰ ਐਡਵੋਕੇਟ ਫੂਲਕਾ ਦਾ ਵੀ ਜਵਾਬ ਆ ਗਿਆ। ਹੁਣ ਅਗਲੇ ਕੁਝ ਦਿਨ ਇੱਧਰ ਨੂੰ ਜਿਹੜੀ ਹੈ ਭੰਬੀਰੀ ਘੁੰਮੀ ਰਹਿਣੀ ਹੈ। ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਰੱਦ ਕਰ ਦਿੱਤੀ ਗਈ। ਹੁਣ ਜਿਹੜਾ ਹੈ ਫੂਲਕਾ ਤੇ ਕੁੰਵਰ ਵਿਜੇ ਪ੍ਰਤਾਪ ਦੇ ਕੁਝ ਬਿਆਨ ਆਉਣਗੇ ਔਰ ਸੁਖਬੀਰ ਬਾਦਲ ਹੁਣਾਂ ਦੇ ਕਹਿਣ ਵਾਂਗੂ ਲੋਕ ਤਾਂ ਭੁੱਲ ਜਾਂਦੇ ਨੇ ਕਿ ਪਰਸੋਂ ਕੀ ਖਾਧਾ, ਤੇ ਇਹ ਮਾਮਲਾ ਠੰਡੇ ਬਸਤੇ ਵਿੱਚ ਇੱਦਾਂ ਹੀ ਬਿਆਨਬਾਜ਼ੀਆਂ ਦੇ ਵਿੱਚ ਪੈਂਦਾ ਨਜ਼ਰ ਆ ਰਿਹਾ। ਦੋਸਤੋ, ਇਸ ਤੋਂ ਪਹਿਲਾਂ ਕਿ ਤੁਸੀਂ ਗੱਲਬਾਤ ਦੇ ਵਿੱਚ ਸ਼ਾਮਲ ਹੋ 9058131320 ਰੰਗਲਾ ਪੰਜਾਬ ਦੇਖਣ ਵਾਸਤੇ ਤੁਸੀਂ ਰੰਗਲਾ ਪੰਜਾਬ ਦੇ ਕੋਲੋਂ ਖੁਦ ਦਾ IPTV ਬਾਕਸ ਲੈਣਾ ਚਾਹੁੰਦੇ ਹੋ, ਜਿਹੜੇ ਬਰੈਂਪਟਨ, ਮਾਲਟਨ, ਰੈਕਸਡੇਲ, ਸੀਸਾਗਾ, ਜਿੱਥੇ ਵੀ ਜੋ ਵੀ ਤੁਹਾਨੂੰ ਚਲਚਿੱਤਰ ਵਾਲਾ ਸਰਵਿਸ ਮਿਲਦਾ ਹੈ ਉਹ ਸਾਰਾ ਉਹਦੇ ਵਿੱਚ ਹੋਵੇਗਾ ਤੇ ਉਦੋਂ ਵੱਧ ਵੀ ਹੋਵੇਗਾ। ਜਿਹੜੇ ਕੱਢੇ ਗਏ ਨੇ ਉਹ ਵੀ ਹੋਣਗੇ ਤੇ ਸਾਡੇ ਕੰਪੀਟੀਟਰ, ਵੈਸੇ ਕੰਪੀਟੀਟਰ ਕੋਈ ਨਹੀਂ ਹੁੰਦਾ, ਨਾ ਮੈਂ ਕਿਸੇ ਨੂੰ ਆਪਣਾ ਮੰਨਦਾ ਨਾ ਮੈਂ ਕਿਸੇ ਲਈ ਆਸਤੀ ਹਾਂ, ਆਪਣੀ ਲਈ ਨਾ ਆਪਣੀ ਖਿੱਚੀ ਚੱਲੋ। ਜਿਹਨੇ ਮੈਨੂੰ ਦੇਖਣਾ ਸੁਣਨਾ ਉਹਨੇ 7 ਬਲ ਪਾ ਕੇ ਸੁਣਨਾ, ਤੇ ਜੇ ਜਿਨ੍ਹਾਂ ਨੂੰ ਕਿਸੇ ਨੇ ਕੱਢ ਦਿੱਤਾ ਉਹਨਾਂ ਨੂੰ ਵੀ 7 ਬਲ ਪਾ ਕੇ ਜਿਹੜਾ ਹੈ ਉਹ ਸੁਣ ਤੇ ਵੇਖ ਹੀ ਲੈਣਾ ਹੈ। ਸੋ ਇੱਕ ਆਪਣੀ ਸੋਚ ਹੁੰਦੀ ਹੈ ਜੀ। ਸੋ ਉਹ ਵੀ ਮਿਲਣਗੇ ਨਾਲ ਤੇ ਮਿਲਣਗੇ ਰੀਜ਼ਨੇਬਲ ਰੇਟ ਦੇ ਉੱਤੇ। ਤੁਸੀਂ ਨੰਬਰ ਨੋਟ ਕਰ ਲਓ 6475545859 647 554 5859। 29 ਅਪ੍ਰੈਲ 1997 ਨੂੰ ਰੰਗਲਾ ਪੰਜਾਬ ਹੋਂਦ ਵਿੱਚ ਆਇਆ ਤੇ 29 ਅਪ੍ਰੈਲ 1997 ਤੋਂ ਬਾਅਦ ਲਗਾਤਾਰ ਤੁਸੀਂ ਸਾਥ ਮਾਣ ਇੱਜ਼ਤ ਦਿੱਤਾ ਤੇ ਇਹ 2021 ਨੂੰ ਅਸੀਂ 1 ਸਾਲ ਦਾ ਸਫ਼ਰ ਹੋਰ ਤੈਅ ਕਰਨ ਜਾ ਰਹੇ ਹਾਂ। ਤੇ ਇਸ ਵਾਰ ਉਸ ਦਿਨ ਤੁਹਾਡੇ ਵਾਸਤੇ ਬਹੁਤ ਸਾਰੇ ਤੋਹਫੇ ਸਾਰੇ ਵਪਾਰੀ ਸੱਜਣਾਂ ਵੱਲੋਂ ਦਿੱਤੇ ਜਾਣਗੇ, ਜਿਹਦੇ ਵਿੱਚ ਇੱਕ ਬਹੁਤ ਪਿਆਰਾ ਤੋਹਫਾ ਅਸ਼ੋਕ ਜੁਐਲਰ ਵੱਲੋਂ ਦਿੱਤਾ ਜਾਵੇਗਾ। ਜੋੜਾ ਜੁਐਲਰਸ ਬੰਗਾ ਰੋਡ ਫਗਵਾੜੇ ਦੇ ਵਿੱਚੋਂ, ਜੋ ਸੋਨੀ ਭਾਜੀ ਖੁਦ ਫਗਵਾੜੇ ਤੋਂ 1 2 3 ਕਰਨਗੇ ਤੇ ਤੁਹਾਡੇ ਵਿੱਚੋਂ ਕਿਸੇ ਦਾ ਉਹ ਸੋਨੇ ਦਾ ਗਿਫਟ ਨਿਕਲੇਗਾ। ਕਿਹਦਾ ਨਿਕਲਣਾ ਹੈ? ਜੋ ਸਾਡੇ ਕੋਲੋਂ ਰੰਗਲਾ ਪੰਜਾਬ ਟੈਲੀਵਿਜ਼ਨ ਦੇਖਣ ਵਾਸਤੇ ਵਾਇਆ ਰੰਗਲਾ ਪੰਜਾਬ ਸਰਵਿਸ ਲੈ ਰਹੇ ਹਨ। 6475545859। ਤੇ ਜੇ ਤੁਸੀਂ ਬੁੱਕ ਲੈਣੀ ਆ ਗੀਦਾ ਸਾਹਿਬ ਨੇ ਜਿਹੜੀ ਲਿਖੀ ਹੈ, ਜਿਨ੍ਹਾਂ ਪੁੱਠੀਆਂ ਖੱਲਾਂ ਲਿਖਾਈਆਂ, ਉਹ ਤੁਸੀਂ ਅਫੋਰਡ ਕਰਦੇ ਹੋ $10 ਤਾਂ ਵੀ ਠੀਕ ਹੈ। ਜੇ ਨਹੀਂ ਅਫੋਰਡ ਕਰਦੇ ਤਾਂ ਤੁਸੀਂ ਮੇਰੇ ਕੋਲੋਂ ਉਹ ਬੁੱਕ ਫ੍ਰੀ ਵੀ ਲੈ ਸਕਦੇ ਹੋ। ਨੰਬਰ ਟੂ ਕਾਲ 4167167794। ਆਓ ਅਗਲਾ ਮੇਰਾ ਸਵਾਲ ਹੈ ਕਿ ਫੂਲਕਾ ਤੇ ਕੁੰਵਰ ਵਿਜੇ ਪ੍ਰਤਾਪ ਦੇ ਜਿਹੜੇ ਸਿੰਘ ਫਸੇ ਨੇ ਉਹਦੇ ਬਾਰੇ ਤੁਹਾਡਾ ਕੀ ਨਜ਼ਰੀਆ? ਗੀਦਾ ਸਾਹਿਬ ਕੀ ਕਹਿਣਾ ਚਾਹੋਗੇ? ਪ੍ਰਤਾਪ ਸਿੰਘ ਹੋਰਾਂ ਨੇ ਦੋਸ਼ ਲਾਇਆ ਫੂਲਕਾ ਜੀ ਉੱਤੇ ਕਿ ਉਹ ਕਹਿੰਦੇ ਆ ਕਿ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਜਿਹੜੀ ਕੋਟਕਪੂਰਾ ਦਾ ਜਿਹੜਾ ਗੋਲੀकांड ਹੈਗਾ ਇਸ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧ ਵਿੱਚ ਤੁਸੀਂ ਕੇਸ ਲਓ, ਪਰ ਉਹਨਾਂ ਨੇ ਮਨਾ ਕਰਤਾ ਸੀਗਾ। ਤੇ ਇਹ ਇਸ ਕਰਕੇ ਮੇਰੀ ਰਿਪੋਰਟ ਰੱਦ ਹੋਈ ਆ। ਮੇਰੀ ਰਿਪੋਰਟ ਰੱਦ ਹੋਣ ਦਾ ਜ਼ਿੰਮੇਵਾਰ ਇੱਕ ਫੁਲਕਾ ਵੀ ਸੀਗਾ, ਇਹ ਉਹਨੇ ਇਲਜ਼ਾਮ ਲਾਇਆ ਹੈਗਾ। ਹੁਣ ਫੁਲਕਾ ਜੀ ਕਹਿੰਦੇ ਆ ਕਿ ਮੈਂ ਇਸ ਬਾਰੇ 'ਚ ਕੁਝ ਕਹਿਣਾ ਨਹੀਂ ਚਾਹੁੰਦਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਬੜਾ ਇਮਾਨਦਾਰ ਪੁਲਿਸ ਅਧਿਕਾਰੀ ਰਿਹਾ, ਇੱਕ ਚੰਗਾ ਬੰਦਾ ਰਿਹਾ, ਮੈਂ ਉਹਦੇ ਖਿਲਾਫ ਕੋਈ ਮੈਂ ਬੋਲਣਾ ਚਾਹੁੰਦਾ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਮੇਰੇ ਕੋਲੇ ਨਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੀੜਤ ਭੇਜੇ, ਜਿਹੜੇ ਉਸ ਕੋਟਕਪੂਰਾ ਗੋਲੀकांड ਦੇ ਪੀੜਤ ਸੀਗੇ, ਉਹ ਭੇਜੇ ਸੀਗੇ ਤੇ ਉਹਨਾਂ ਨੇ ਮੈਨੂੰ ਆ ਕੇ ਮਿਲੇ ਸੀ ਕਿ ਮੈਨੂੰ ਕਹਿੰਦੇ ਵੀ ਤੁਸੀਂ ਸਾਡਾ ਕੇਸ ਲੜੋ। ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਇਸ ਵੇਲੇ ਵਕੀਲ ਕੌਣ ਹੈ? ਤਾਂ ਉਹਨਾਂ ਕਹਿੰਦੇ ਸਾਡਾ ਵਕੀਲ ਇਸ ਵੇਲੇ ਰਾਜਵਿੰਦਰ ਸਿੰਘ ਬੈਂਸ ਆ, ਜੋ ਸੀਨੀਅਰ ਐਡਵੋਕੇਟ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਤੇ ਮਨੁੱਖੀ ਅਧਿਕਾਰਾਂ ਦਾ ਕਾਰਕੁਨ ਵੀ ਹੈਗਾ। ਇਹ ਮੇਰਾ ਵਕੀਲ, ਸਾਡਾ ਵਕੀਲ ਆ। ਉਹ ਕਹਿੰਦੇ ਵੀ ਤਾਂ ਵਕੀਲ ਬੜਾ ਵਧੀਆ ਹੈਗਾ, ਤੁਸੀਂ ਉਹਨੂੰ ਕਿਉਂ ਬਦਲ ਰਹੇ ਹੋ? ਇਹਦਾ ਕੀ ਕਾਰਨ ਹੈਗਾ? ਤੇ ਉਹਦਾ ਮਸਤਰਾਬ ਉਹਦਾ ਕਰਨਾ ਵਕੀਲ ਚੰਗਾ ਹੈਗਾ, ਉਹ ਤਾਂ ਕੋਈ ਦਿੱਕਤ ਨਹੀਂ ਉਹਦੀ ਬਦਲਣ ਦੀ। ਤਾਂ ਉਹ ਕਹਿੰਦਾ ਵੀ ਤੁਸੀਂ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਗੱਲ ਕਰ, ਉਹਨੇ ਭੇਜਿਆ। ਕਹਿੰਦਾ ਫਿਰ ਮੈਂ ਕੁੰਵਰ ਵਿਜੇ ਪ੍ਰਤਾਪ ਸਿੰਘ ਗੱਲ ਕਰੀ ਤੇ ਉਹ ਕਹਿੰਦੇ ਜੀ ਅਸੀਂ ਬਦਲਣਾ ਚਾਹੁੰਦੇ ਹਾਂ ਰਾਜਵਿੰਦਰ ਸਿੰਘ ਬੈਂਸ, ਤੇ ਤੁਹਾਨੂੰ ਕਰਨਾ ਚਾਹੁੰਦੇ ਹਾਂ ਅਸੀਂ। ਉਹ ਕਹਿੰਦੇ ਵੀ ਰਾਜਵਿੰਦਰ ਸਿੰਘ ਬੈਂਸ ਨੂੰ ਬਦਲ ਕੇ ਤੁਸੀਂ ਮੈਨੂੰ ਕਰਨਾ ਚਾਹੁੰਦੇ ਆ, ਇਹ ਵੈਸੇ ਨੌਜਵਾਨੀ ਗੱਲ ਨਹੀਂ। ਕਹਿੰਦਾ ਮੈਂ ਉਹਨਾਂ ਨੂੰ ਜਵਾਬ ਦਿੱਤਾ ਜੀ ਇਸ ਕਰਕੇ ਵੀ ਉਹ ਰਾਜਵਿੰਦਰ ਸਿੰਘ ਬਹੁਤ ਕਮਾਲ ਦਾ ਵਕੀਲ ਹੈਗਾ, ਉਸ ਵਕੀਲ ਨੂੰ ਬਦਲਣ ਦਾ ਮਤਲਬ ਨਹੀਂ ਬਣਦਾ ਜੀ ਕਿਵੇਂ ਤੁਸੀਂ ਮੈਨੂੰ ਇਸ ਤਰ੍ਹਾਂ ਕਰੋਗੇ, ਕਿਉਂਕਿ ਮੈਂ ਰਾਜਨੀਤੀ ਦਾ ਲੀਡਰ ਵੀ ਰਹਿ ਚੁੱਕਿਆ ਪੰਜਾਬ ਦੇ ਵਿੱਚ, ਮੈਂ ਚੋਣ ਲੜ ਚੁੱਕਿਆ MLA ਦੀ। ਇਸ ਕਰਕੇ ਮੇਰਾ ਜਿਹੜਾ ਕਿ ਜੋ ਮੇਰਾ ਕਿਰਦਾਰ ਹੈਗਾ ਮਾਨਯੋਗ ਹਾਈ ਕੋਰਟ ਦੇ ਵਿੱਚ ਇਹ ਜਾਏਗਾ ਕਿ ਇਹ ਤਾਂ ਚੋਣ ਲੜ ਚੁੱਕੇ ਨੇ, ਸਿਆਸੀ ਬੰਦੇ ਵੀ ਹੈਗੇ, ਇਸ ਕਰਕੇ ਮੇਰਾ ਕੇਸ ਲੜਨਾ ਠੀਕ ਨਹੀਂ ਹੈਗਾ।
ਹਾਂ ਤੁਸੀਂ ਸੁਪਰੀਮ ਕੋਰਟ ਜੇ ਕੇਸ ਤੁਹਾਡਾ ਆਉਂਦਾ ਹੈਗਾ ਤਾਂ ਮੈਂ ਤੁਹਾਡਾ ਕੇਸ ਜ਼ਰੂਰ ਲੜਾਂਗਾ। ਇਸ ਕਰਕੇ ਮੈਂ ਕੇਸ ਜਵਾ ਦਿੱਤਾ ਸੀਗਾ। ਕੁੰਵਰ ਵਿਜੇ ਪ੍ਰਤਾਪ ਸਿੰਘ ਪਤਾ ਨਹੀਂ ਮੇਰੇ ਉੱਤੇ ਇਲਜ਼ਾਮ ਕਿਉਂ ਲਾ ਰਹੇ ਨੇ, ਇਹ ਸਮਝ ਨਹੀਂ ਗੱਲ ਆ ਰਹੀ, ਪਰ ਮੈਂ ਉਹਦੇ ਖਿਲਾਫ ਬੋਲਣਾ ਨਹੀਂ ਚਾਹੀਦਾ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਵਾਸੀ ਫੇਰ ਪੰਜਾਬ ਤੋਂ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਰਹਿੰਦੇ ਨੇ ਉਹ ਵੀ ਪ੍ਰਵਾਸ ਕਰ ਰਹੇ ਨੇ, ਫੇਰ ਪ੍ਰਵਾਸੀ ਪਲਾਇਨ ਕਰ ਰਹੇ ਨੇ ਆਪਣੇ ਦੇਸ਼ ਨੂੰ, ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਭਾਰਤ ਦੇ ਵਿੱਚੋਂ ਹੀ ਰੁਜ਼ਗਾਰ ਲੈਣ ਵਾਸਤੇ, ਆਪਣੇ ਬੱਚਿਆਂ ਵਾਸਤੇ ਆਉਂਦੇ ਨੇ, ਕੰਮਕਾਰ ਵਾਸਤੇ ਆਉਂਦੇ ਨੇ, ਸਰਕਾਰ ਉਹਨਾਂ ਦੇ ਖਾਤਿਆਂ ਵਿੱਚ ਰੁਪਏ ਪਾਵੇ। ਰਾਹੁਲ ਗਾਂਧੀ ਦਾ ਬਿਆਨ, ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਅਸਲ ਵਿੱਚ ਮੈਂ ਜਿੰਨੇ ਨਾ ਦੇਖੀਆਂ ਅੱਜ ਕੱਲ੍ਹ ਤੋਂ ਲੈ ਕੇ ਜਿਹੜੇ ਪ੍ਰਵਾਸੀ ਮਜ਼ਦੂਰ ਹੈਗੇ ਆ ਨਾ ਵੱਖ-ਵੱਖ ਥਾਵਾਂ ਤੋਂ, ਗੁਜਰਾਤ ਤੋਂ ਲੈ ਕੇ, ਪੰਜਾਬ ਤੋਂ ਲੈ ਕੇ, ਦਿੱਲੀ ਤੋਂ ਲੈ ਕੇ, ਤੇ ਬੜਾ ਹੀ ਭੀੜ ਲੱਗੀ ਹੋਈ ਆ, ਵਾਪਸ ਜਾ ਰਹੇ ਨੇ। ਭਾਵੇਂ ਕੇਜਰੀਵਾਲ ਨੇ ਕਹਿ ਦਿੱਤਾ ਹੈ ਕਿ ਤੁਸੀਂ ਇੱਕ ਹਫ਼ਤੇ ਲਾਕਡਾਊਨ ਹੈਗਾ, ਤੁਸੀਂ ਹਫ਼ਤਾ ਤਾਂ ਤੁਹਾਨੂੰ ਜਾਣ ਲੱਗ ਜਾਣਾ, ਤੁਸੀਂ ਰਹੋ, ਤੁਹਾਡੀ ਅਸੀਂ ਰੱਖਿਆ ਕਰਦੇ ਹਾਂ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਹੈਗੇ ਆ ਉਹ ਇੱਥੋਂ ਜਾ ਰਹੇ ਨੇ ਵੱਖ-ਵੱਖ ਥਾਵਾਂ ਤੋਂ, ਗੁਜਰਾਤ ਤੋਂ ਜਾ ਰਿਹਾ, ਕੋਈ ਆਪਾਂ ਆਪਣੇ ਘਰਾਂ ਜਾ ਰਹੇ ਨੇ, ਉਹਨਾਂ ਕੋਲੇ ਪ੍ਰੋਬਲਮ ਆ ਗਿਆ ਕਿ ਮਜ਼ਦੂਰੀ ਨਹੀਂ ਮਿਲ ਰਹੀ। ਇਸ ਸੰਬੰਧੀ ਮੋਦੀ ਜੀ ਚੁੱਪ ਹੈਗੇ ਆ। ਚਾਹੀਦਾ ਹੈ ਕਿ ਉਹਨਾਂ ਮਜ਼ਦੂਰਾਂ ਨੂੰ ਰੋਕਣ ਵਾਸਤੇ ਸਰਕਾਰ ਉਹਨਾਂ ਖਾਤਿਆਂ ਵਿੱਚ ਰੁਪਏ ਪਾਵੇ, ਸਿੱਧੇ ਰੁਪਏ ਪਾਵੇ, ਤਾਂ ਕਿ ਆਪਣਾ ਰੋਜੀ ਰੋਟੀ ਚਲਾ ਸਕਣ। ਰਾਹੁਲ ਗਾਂਧੀ ਇਸ ਗੱਲ ਦਾ ਬੜਾ ਪ੍ਰਭਾਵ ਹੈਗਾ ਚਾਵਲਾ ਸਾਹਿਬ, ਕਿਉਂਕਿ ਸੱਚੀ ਮੁੱਚੀ ਪਿਛਲੀ ਵਾਰੀ ਮਜ਼ਦੂਰ ਗਏ ਸੀਗੇ, ਮੌਤ ਹੋ ਗਈ ਸੀ ਮਜ਼ਦੂਰਾਂ ਦੀ, ਦਿੱਕਤਾਂ ਬੜੀਆਂ ਆਈਆਂ ਸੀਗੀਆਂ, ਤੇ ਉਹ ਪ੍ਰੋਬਲਮਾਂ ਕਰਕੇ ਹੀ ਜਿਹੜਾ ਰਾਹੁਲ ਗਾਂਧੀ ਨੇ ਇਸ ਗੱਲ ਤੇ ਆਖੀ ਆ ਕਿ ਪਿਛਲੀ ਵਾਰ ਚਾਵਲਾ ਸਾਹਿਬ ਲੋਕ ਸਭਾ ਦੇ ਵਿੱਚ ਲਿਸਟ ਵੀ ਨਹੀਂ ਪੇਸ਼ ਕਰ ਸਕੇ ਸੀ ਭਾਜਪਾ ਸਰਕਾਰ ਦੇ ਕਿੰਨੇ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਗਾ ਕਿ ਦੇਣਾ ਮੈਣਾ ਸੀ ਮੁਆਵਜ਼ਾ ਕਰਨ ਨੂੰ, ਉਹ ਲਿਸਟ ਵੀ ਖੂਹ ਖਾਤੇ 'ਚ ਪੈ ਗਈ ਸੀ। ਸੋ ਰਾਹੁਲ ਗਾਂਧੀ ਦਾ ਵੱਲੋਂ ਕਹਿਣਾ ਪ੍ਰਵਾਸੀ ਦੇ ਪੱਖ ਵਿੱਚ ਗੱਲ ਕਰਨੀ, ਤੇ ਇਸ ਟਾਈਮ ਮੈਂ ਜ਼ਰੂਰ ਰੱਖਦੀ ਹੈ ਕਿ ਪ੍ਰਵਾਸੀ ਪਹਿਲਾਂ ਆਏ ਸੀ, ਹੁਣ ਵਾਪਸ ਜਾ ਰਹੇ ਨੇ, ਇਹ ਠੀਕ ਨਹੀਂ ਹੈਗਾ। ਪੱਛਮੀ ਬੰਗਾਲ ਦੀ ਖਬਰ ਕਰਾਂਗੇ, ਪਰੰਤੂ ਬਾਬੇ ਰਾਮਦੇਵ ਦੀ ਗੱਲ ਕਰਾਂਗੇ, ਜੋ ਇੱਕ ਬੜਾ ਵੱਡਾ ਬਿਜ਼ਨਸਮੈਨ ਵੀ ਹੈ, ਅਤੇ ਜੋ ਕਹਿੰਦਾ ਸੀ ਕਰੋਨਾ ਦੀ, ਅਤੇ ਉਹਨੇ ਆਪ ਨੇ ਖੁਦ ਨੇ ਮੇਰੇ ਖਿਆਲ 'ਚ ਵੈਕਸੀਨ ਕੱਢ ਦਿੱਤੀ ਸੀ, ਉਹਦੇ ਬਾਵਜੂਦ ਵੀ ਬੜਾ ਵੱਡਾ ਇੱਕ ਹੜਕਾਮ ਹੈ। ਪਰੰਤੂ ਉਸ ਤੋਂ ਪਹਿਲਾਂ ਦੋਸਤੋ, ਕਿਉਂਕਿ ਵਪਾਰੀ ਸੱਜਣਾ ਦੇ ਚੰਦ ਸੁਨੇਹੇ ਬੜੇ ਜ਼ਰੂਰੀ ਨੇ। ਇੱਕ ਤਾਂ ਨੋਟ ਕਰੋ ਕਿ ਚਸਕਾ ਚਾਟੀ 4 ਵੱਲੋਂ 30 ਅਪ੍ਰੈਲ ਨੂੰ ਇਸੇ ਹੀ ਕੈਮਰੇ ਦੇ ਸਾਹਮਣੇ ਇੱਕ ਲੱਕੀ ਡਰਾ ਕੱਢ ਜਾ ਰਿਹਾ। ਤੁਸੀਂ ਡਰਾ ਦੇ ਵਿੱਚ ਨਾਮ ਸ਼ਾਮਲ ਜ਼ਰੂਰ ਕਰਨ ਲੱਗਾ, ਆਪਣਾ ਨਾਮ ਰੰਗਲਾ ਪੰਜਾਬ ਦਾ ਲੈ ਦਿਓ। ਵੈਜ ਨੌਨ ਵੈਜ ਅਚਾਰ ਖਰੀਦਿਓ, 1 ਪਾਉਂਡ ਦੀ 1 ਪਰਚੀ, 10 ਪਾਉਂਡ ਦੀਆਂ 10 ਪਰਚੀਆਂ, 6478325109। ਇਹਦੇ ਨਾਲ ਹੀ ਕੈਂਬਰਿਜ ਦੇ ਵਿੱਚ ਗਰੋਸਰੀ ਦਾ ਇੱਕ ਬਹੁਤ ਵੱਡਾ ਗਰੋਸਰੀ ਸਟੋਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਜੀ ਹਾਂ, ਦੇਸੀ ਫੂਡ ਮਾਰਟ 12,000 ਸਕੁਅਰ ਫੀਟ ਦੇ ਵਿੱਚ ਦੂਰ ਜਾਣ ਦੀ ਲੋੜ ਨਹੀਂ। ਕੈਂਬਰਿਜ ਦੇ ਆਸ-ਪਾਸ ਵਾਲੇ ਉੱਥੋਂ ਸ਼ਾਪਿੰਗ ਕਰੋ। ਗਰੋਸਰੀ ਦੀ ਹਰ ਆਈਟਮ ਦੇ ਨਾਲ ਫਲ ਫਰੂਟ, ਪੀਜ਼ਾ ਸਟੋਰ ਹੈ, ਜੀ ਹਾਂ, ਮਠਿਆਈਆਂ ਮਿਲਦੀਆਂ ਨੇ, ਸੁਪਰ ਸਟੋਰ ਹੈ, ਆਈਸਕ੍ਰੀਮ ਪਾਰਲਰ ਹੈ, ਜੂਸ ਬਾਰ ਹੈ, ਔਰ ਟੇਕ ਆਊਟ ਅਤੇ ਕੇਟਰਿੰਗ ਦੇ ਨਾਲ ਸਾਰੀਆਂ ਸੇਵਾਵਾਂ ਲਈ 5194659586 ਤੇ ਸਟੀਵਨ ਫਰਨੀਚਰ ਤੇ ਉਹਨਾਂ ਦੀ ਜਿਹੜੀ ਵਿਸਾਖੀ ਸੇਲ ਚੱਲ ਰਹੀ ਹੈ ਦੋਨਾਂ ਬ੍ਰਾਂਚਾਂ ਤੇ 2575 ਸਟੀਲ ਸਟਰੀਟ, ਟੌਰਬਮ 6 ਮਾਰਕੋਨੀ ਕ੍ਰੈਜ਼ਨ ਬੋਲਟਨ, 9057900560 ਅਤੇ ਮਿਸੀਸਾਗਾ ਤੇ ਓਕਵਿਲ ਦੇ ਬਾਰਡਰ ਤੇ 403 ਅਤੇ ਡੰਡਾਸ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਈਸਟ ਸਾਈਡ ਤੇ ਲੈਫਟ ਹੈਂਡ ਸਾਈਡ ਤੇ ਇੱਕ ਬਹੁਤ ਸ਼ਾਨਦਾਰ ਕਾਰਾਂ ਪਾਰਕ ਹੋਈਆਂ ਨੇ, ਮਹਿੰਗੀਆਂ। ਉੱਥੇ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਹੈ, ਪਲਾਟ ਜਿਹੜੇ ਨੇ ਪਲੱਗ ਵਗੈਰਾ ਲੱਗੇ ਹੋਏ ਨੇ, ਬੌਬਟੇਲ ਅਤੇ ਨਾਲ ਦੀ ਨਾਲ ਡੰਪ ਟਰੱਕਾਂ ਦੀ ਪਾਰਕਿੰਗ ਹੈ। ਤੁਸੀਂ 150-125 ਟਰੱਕ ਪਾਰਕ ਹੋ ਸਕਦਾ ਜੀ ਆਸਾਨੀ ਨਾਲ। ਸਾਰੇ ਦਾ ਸਾਰਾ ਲੋਟ ਲੈਣਾ ਚਾਹੁੰਦੇ ਹੋ ਜਾਂ ਇੰਡੀਵਿਜੂਅਲ ਤੌਰ ਤੇ ਟਰੱਕ ਪਾਰਕ ਕਰਨਾ ਹੈ ਤਾਂ 2896829985 299-682-9985। ਇਹਦੇ ਨਾਲ ਹੀ ਰੰਗਲਾ ਪੰਜਾਬ ਰੇਡ ਪਾਉਣ ਦੇ ਵਿੱਚ ਦੱਸ ਦਈਏ ਕਿ ਫਗਵਾੜੇ ਜਦੋਂ ਵੀ ਜਾਓ ਤਾਂ ਜੋੜਾ ਜੁਲੜ ਪੈਲਸ ਨੂੰ ਚੇਤੇ ਰੱਖਣਾ, ਬੰਗਾ ਰੋਡ ਆਪੋਜ਼ਿਟ ਪੁਲਿਸ ਸਟੇਸ਼ਨ। ਔਰ ਵਿਆਹ ਸ਼ਾਦੀ ਵਾਸਤੇ ਗਹਿਣਾ ਗੱਟਾ ਤਾਂ ਲੈ ਲਿਆ, ਪਰ ਹੁਣ ਰਿਸ਼ਤਾ ਚਾਹੀਦਾ ਹੈ ਤਾਂ ਸਿੱਖ ਜੱਟ ਪਰਿਵਾਰ ਦੀ ਲੜਕੀ, ਇੰਡੀਆ ਦੇ ਵਿੱਚ 31 ਸਾਲਾ ਓਲਡ ਹੈ, ਮਾਸਟਰ ਇਨ ਫੈਸ਼ਨ ਡਿਜ਼ਾਈਨ, ਪ੍ਰਾਈਵੇਟ ਜੌਬ ਕਰਦੀ ਲੜਕੀ ਵਾਸਤੇ ਲੜਕਾ ਚਾਹੀਦਾ ਔਰ ਆਲਸੋ ਤਲਾਕਸ਼ੁਦਾ ਤੇ ਵਿਚਾਰ ਕੀਤਾ ਜਾ ਸਕਦਾ। ਸਿੱਖ ਕਸ਼ਯਪ ਪਰਿਵਾਰ ਦਾ ਲੜਕਾ 31 ਸਾਲਾ ਓਲਡ ਸਿਟੀਜ਼ਨ ਹੈ, ਬੈਚਲਰ, ਪ੍ਰਾਈਵੇਟ ਜੌਬ ਕਰਦਾ, ਸੁਟੇਬਲ ਮੈਚ ਚਾਹੀਦਾ ਜੀ ਕੈਨੇਡਾ ਦੇ ਵਿੱਚੋਂ। ਟੌਨ ਕਸ਼ਤਰੀਆ ਲੜਕਾ 32 ਸਾਲਾ ਓਲਡ PR ਮਾਸਟਰ, ਲੁਕਿੰਗ ਫॉर ਸੁਟੇਬਲ ਮੈਚ, ਟੌਨ ਕਸ਼ਤਰੀਆ ਪਰਿਵਾਰ ਦੇ ਵਿੱਚੋਂ। 647 888 6000। ਅਤੇ ਸੈੱਲ ਫੋਨ ਤੇ ਤੁਹਾਡੇ ਵੱਲੋਂ 15-20 ਫੋਨ ਮਿਸ ਕਾਲਾਂ ਹੋਈਆਂ ਨੇ। ਮੈਂ ਰਿਕੁਐਸਟ ਕਰਾਂ ਕਿ ਸੈੱਲ ਫੋਨ ਵੈਸੇ 9-10 ਵਜੇ ਤੋਂ ਬਾਅਦ ਤੁਸੀਂ ਜੇ ਇਸਤੇਮਾਲ ਕਰ ਲਓ ਤਾਂ ਵਧੀਆ ਗੱਲ ਹੈ। ਜੇ ਵੈਸੇ ਕੋਈ ਸਵਾਲ ਕਰਨਾ ਹੈ ਤਾਂ 9058131320 905-813-1300 ਵੀ ਮੈਨੂੰ ਪਤਾ ਹੈ ਕਿ ਸ਼ਾਇਦ ਤੁਸੀਂ ਕਿਤਾਬ ਬਾਰੇ ਹੀ ਕਾਲ ਕਰ ਰਹੇ ਹੋਗੇ ਜਿਹਨਾਂ ਪੁੱਠੀਆਂ ਖੱਲਾਂ ਲਵਾਈਆਂ।
ਮੇਰਾ ਤਾਂ ਬਈ ਇਹ ਕਿਤਾਬ ਤੋਂ ਪਹਿਲਾਂ ਦਾ ਵੀ ਤਵਾ ਰਿਹਾ। ਇਹ ਕਿਤਾਬ ਛਪਣ ਤੋਂ ਪਹਿਲਾਂ ਕੀਦਾ ਸਾਹਿਬ ਮੈਨੂੰ ਜੁਆਇਨ ਕਰਨ ਤੋਂ ਪਹਿਲਾਂ ਵੀ ਮੈਂ ਇਹ ਚੀਜ਼ ਬੋਲਦਾ ਰਿਹਾ ਕਿ ਪਤਾ ਨਹੀਂ ਕਿਹੜਾ ਮਤਲਬ ਕਿਹੜੀ ਮਜਬੂਰੀ ਹੈ ਸਾਡੇ ਕੌਮ ਦੇ ਜਥੇਦਾਰਾਂ ਦੀ ਕਿ ਇਹ ਇੱਕ ਅਰਦਾਸ ਦੇ ਵਿੱਚੋਂ ਬਚਪਨ ਦੇ ਵਿੱਚ ਅਸੀਂ ਸੁਣਦੇ ਹੁੰਦੇ ਸਾਂ ਜਿਨ੍ਹਾਂ ਪੁੱਠੀਆਂ ਖੱਲਾਂ ਲੁਹਾਈਆਂ ਉਹ ਇੱਕ ਛੋਟੀ ਕੋ ਕਰ ਦਿੱਤੀ ਗਈ ਅਤੇ ਉਹੀ ਅਰਦਾਸ ਕਰਨ ਵਾਲੇ ਸੋ ਕਾਲ ਭਾਵੇਂ ਮਾਫ ਕਰਨਾ ਐਡਾ ਵੱਡਾ ਦਾੜਾ ਪ੍ਰਕਾਸ਼ ਕੀਤਾ ਹੋਵੇ ਅਤੇ ਬਾਬਾ ਜੀ ਪੁੱਜ ਕੇ ਹੁਣ ਪੂਰੇ ਸਿਰੇ ਦੇ ਉਹਨਾਂ ਨੂੰ $100 ਫੜਾ ਦਿਓ ਹੱਥ ਦੇ ਵਿੱਚ ਅਮਰੀਕਨ ਜਾਂ ਕੈਨੇਡੀਅਨ ਟਾਇਰ ਵਾਲਾ ਉਹਨੇ ਕਿਹੜਾ ਵੇਖਣਾ ਉਸ ਵਕਤ ਅਤੇ ਉਹਨੇ ਪੁਲ ਬੰਨਣੇ ਸ਼ੁਰੂ ਕਰ ਦੇਣ ਤੁਹਾਡੇ ਸਾਰੇ ਖਾਨਦਾਨ ਦੇ ਅਤੇ ਭਾਵੇਂ ਆਹ ਕੱਲ੍ਹ ਜਿਹੜੇ ਚਿੱਠਾ ਸਾਹਮਣੇ ਆਇਆ ਨਾ ਇੱਦਾਂ ਦੇ ਹੀ ਹੋਣ ਭਾਵੇਂ ਉਹਨਾਂ ਦੇ ਵਿੱਚੋਂ ਉਹਨਾਂ ਦੀ ਵੀ ਸਿਫਤਾਂ ਕਰੀ ਜਾਣੀ ਹੈ। ਅਤੇ ਜਿਨ੍ਹਾਂ ਨੇ ਸ਼ਹੀਦੀ ਕਾਰਨਾਮੇ ਕੀਤੇ ਜਿਨ੍ਹਾਂ ਦੇ ਨਾਂ ਦੇ ਉੱਤੇ ਅਸੀਂ ਮੁੱਛਾਂ ਨੂੰ ਵੱਟ ਦਿੰਦੇ ਹਾਂ ਕਿ ਸਾਡੇ ਬਾਬੇ ਵੱਡ ਵਡੇਰੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਇਹੋ ਜਿਹੀਆਂ ਹੋਈਆਂ ਨੇ। ਹਾਂਜੀ ਸ਼ਹੀਦਾਂ ਦਾ ਸਾਡੇ ਕੋਲੋਂ ਬੜਾ ਵੱਡਾ ਕਾਫਲਾ ਸ਼ਹੀਦਾਂ ਦੇ ਸਰਤਾਜ ਸਾਡੇ ਕੋਲ ਹੋਏ ਨੇ ਅਤੇ ਅਰਦਾਸਾਂ ਦੇ ਵਿੱਚੋਂ ਇਹੋ ਜਿਨ੍ਹਾਂ ਨੇ ਜਮੂਰਾਂ ਨਾਲ ਮਾਸ ਤੜਵਾਏ ਹੋਣ ਪੁੱਠੀਆਂ ਖੱਲਾਂ ਲਵਾਈਆਂ ਹੋਣ ਉਹਨਾਂ ਦਾ ਨਾਂ ਕੱਢ ਦਈਏ। ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ ਨਾ ਉਹ ਅੱਜ ਵੀ ਨਹੀਂ ਅਤੇ ਕੱਲ੍ਹ ਵੀ ਨਹੀਂ। ਸੋ ਇਹਨਾਂ ਜਥੇਦਾਰਾਂ ਦੀਆਂ ਚਾਲਾਂ ਨੂੰ ਪਛਾਣੋ। ਹੁਣ ਮੈਂ ਪੂਰੀ ਕਿਤਾਬ ਤਾਂ ਨਹੀਂ ਪੜ੍ਹੀ ਪਰ 4 ਸਫ਼ਿਆਂ ਤੋਂ ਹੀ ਉਹ ਕਹਿੰਦੇ ਨਾ ਕਿ ਪਿੰਡ ਦੇ ਬਾਰ-ਬਾਰ ਪਏ ਗੁਹਾਰੇ ਤੋਂ ਪਤਾ ਲੱਗ ਜਾਂਦਾ ਕਿ ਪਿੰਡ ਕਿਹੋ ਜਿਹਾ ਹੋਊਗਾ। ਜਿਸ ਬੰਦੇ ਨੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦੇ ਕੋਲੋਂ ਖੰਡੇ ਬਾਟੇ ਦੀ ਪੌਲ ਲਈ ਹੋਵੇ ਕਿਤਾਬ ਦੇ ਹਵਾਲੇ ਨਾਲ ਕਹਿ ਰਿਹਾ ਉਹੀ ਪੁੱਠੀਆਂ ਖੱਲਾਂ ਲਵਾ ਸਕਦਾ। ਅਤੇ ਸਾਡੀ ਕੌਮ ਇਹ ਨਾਂ ਜਥੇਦਾਰ ਸਾਹਿਬ ਨੂੰ ਵੀ ਕਹਿ ਕੇ ਆਏ ਨੇ ਕਿ ਇਹ ਤੇ ਗੌਰ ਕਰਾਂਗੇ। ਵਾਲੇ ਜਥੇਦਾਰ ਗੌਰ ਕਰੋਗੇ ਤੁਸੀਂ ਤਾਂ ਇਹਨਾਂ ਦੀ ਮਿੱਟੀ ਦੀ ਚਰਨਾਂ ਦੀ ਮਿੱਟੀ ਦੀ ਧੂੜ ਨਹੀਂ ਤੁਹਾਡੇ ਤੇ ਲਾਗੋਂ ਦੀ ਮਿੱਟੀ ਵੀ ਨਾ ਇਹਨਾਂ ਸ਼ਹੀਦਾਂ ਦੀ ਲੰਘੇ। ਏਡੇ ਤੁਸੀਂ ਕਰਦਾਰ ਦੇ ਨੀਵੇਂ ਹੋ। ਇਹਨਾਂ ਤੁਸੀਂ ਜਾਤ ਪਾਤ ਦੇ ਵਿੱਚ ਕੌਮ ਨੂੰ ਵੰਡ ਕੇ ਰੱਖ ਦਿੱਤਾ। ਹੋਰ ਮੈਂ ਬੋਲਿਆ ਜ਼ਿਆਦਾ ਅਤੇ ਫਿਰ ਬਹੁਤੀਆਂ ਮਿਰਚਾਂ ਲੱਗਣੀਆਂ ਧਰਮ ਦੇ ਠੇਕੇਦਾਰਾਂ ਨੂੰ। ਜਿਹੜੀ ਕੌਮ ਸ਼ਹੀਦਾਂ ਦੀ ਨਹੀਂ ਗੀ ਉਹ ਕਿਸੇ ਦੀ ਵੀ ਨਹੀਂ ਇਹ ਖਿਆਲ ਰੱਖਿਓ। ਇਹਨਾਂ ਨੂੰ ਸਿਰਫ ਅਤੇ ਸਿਰਫ ਕੁਰਸੀ ਪਿਆਰੀ ਜੇ ਹੋਰ ਕੁਛ ਨਹੀਂ। ਅਤੇ ਮਾਫ ਕਰਨਾ ਜਿਹੜੇ ਚੰਗੇ ਨੇ ਉਹ ਸਾਨੂੰ ਵੀ ਸਤਿਕਾਰ ਦਿੰਦੇ ਨੇ ਅਤੇ ਉਹ ਇਹਨਾਂ ਨੂੰ ਵੀ ਸਤਿਕਾਰ ਦਿੰਦੇ ਨੇ। ਰਾਮਦੇਵ ਦੀ ਪਤੰਜਲੀ ਦੇ 39 ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਕਰੋਨਾ ਹੋਇਆ। ਕਿੱਥੇ ਗਈ ਇਹਦੀ ਵੈਕਸੀਨ ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ ਉਹੀ ਤਾਂ ਕਹਿੰਦਾ ਜੀ ਇਹ ਤਾਂ ਬੜਾ ਵੱਡੀ ਗੱਲ ਹੋ ਗਈ ਨਾ ਵੈਸੇ। ਤੇ ਇੱਕ ਪਾਸੇ ਦਾ ਬਾਬਾ ਰਾਮਦੇਵ ਜੀ ਸਿੱਧੇ ਤੌਰ ਤੇ ਕਰੋਨਾ ਦੀ ਵੈਕਸੀਨ ਬਣਾਉਣ ਦੀ ਵੀ ਗੱਲ ਕਰ ਰਹੇ ਸੀ ਕਿ ਜੀ ਕਰੋਨਾ ਦੇ ਬਣ ਗਏ ਪਰ ਕਹਿੰਦੇ ਵੀ ਨਾਲ ਦੀ ਨਾਲ ਝਟਪਟ ਉਹਦੀ ਪੜਤਾਲ ਹੋਈ ਤੇ ਉਹਨਾਂ ਦੇ ਨਾਲ ਦੀ ਨਾਲ ਰੱਦ ਕਰਨੀ ਪਈ। ਸਰਕਾਰ ਨੂੰ ਕਹਿਣਾ ਪਿਆ ਕਿ ਇਹ ਕਰੋਨਾ ਵਾਲੀ ਨਹੀਂ ਹੈਗੀ ਤਾਂ ਇਮਿਊਨਿਟੀ ਬਣਾਉਣ ਵਾਸਤੇ ਆ। ਤੇ ਹੁਣ ਬਾਬਾ ਰਾਮਦੇਵ ਦੀ ਪਤੰਜਲੀ ਹੈਗੀ ਆ ਉੱਥੇ ਜਿਹੜੀ ਆਯੁਰਵੈਦਿਕ ਪੜ੍ਹਾਈ ਵੀ ਹੁੰਦੀ ਹੈ ਚਾਵਲਾ ਸਾਹਿਬ ਤੇ ਉੱਥੇ ਕੁਛ ਕਰਮਚਾਰੀ ਵੀ ਹੈਗੇ ਆ ਤੇ ਵਿਦਿਆਰਥੀ ਜਿਹੜੇ ਪੜ੍ਹਦੇ ਉੱਥੇ ਆਯੁਰਵੈਦ ਪੜ੍ਹਦੇ ਤੇ ਉਹਨਾਂ ਨੂੰ ਕਰੋਨਾ ਹੋਇਆ। ਆਯੁਰਵੈਦ ਪੜ੍ਹਨ ਵਾਲੇ ਵਿਦਿਆਰਥੀਆਂ ਇਹ ਬੜੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਜਿਹਨੂੰ ਆਪਾਂ ਸਮੂਹ ਦੀ ਗੱਲ ਨਹੀਂ ਕਿਉਂਕਿ ਬਾਬਾ ਰਾਮਦੇਵ ਤਾਂ ਕਰ ਵਪਾਰੀ ਹੈਗਾ ਤਾਂ ਫਿਰ ਵੱਖਰੀ ਗੱਲ ਹੈ ਤੇ ਬੜਾ ਵੱਡਾ ਬਿਜ਼ਨਸਮੈਨ ਹੈਗਾ ਤੇ ਉਹਨਾਂ ਉੱਥੇ ਜਿਹੜਾ ਦਾਅਵਾ ਕਰਦਾ ਹੋਵੇ ਬੰਦਾ ਤੇ ਉੱਥੇ ਏਦਾਂ ਹੋ ਜਾਵੇ ਤੇ ਫਿਰ ਥੋੜਾ ਜਿਹਾ ਸ਼ੰਕਾ ਵਿੱਚ ਆਉਂਦੀ ਹੈ ਗੱਲ ਕਿ ਬਾਬਾ ਰਾਮਦੇਵ ਉਹੀ ਝੂਠ ਬੋਲਦੇ ਆ। ਝੂਠ ਬੋਲਣ ਦਾ ਨਹੀਂ ਬੋਲਣਾ ਚਾਹੀਦਾ ਉਹਨੂੰ। ਤੇ 39 ਕਰਮਚਾਰੀ ਤਾਂ ਅੱਜ ਵਿਕਦਾ ਕੀ ਹੈ ਟੈਸਟ ਹੋ ਚੁੱਕੇ ਆ ਬਾਕੀ ਪਤਾ ਨਹੀਂ ਕਿੰਨੇ ਹੋਣ। ਅੱਜ ਵਿਕਦਾ ਕੀ ਹੈ ਇੱਥੋਂ ਹੀ ਤੁਸੀਂ ਗੱਲ ਲੈ ਲਓ। ਵਿਕਦਾ ਝੂਠ ਹੈ ਪਰ ਬਾਬਾ ਨਾਨਕ ਕਹਿੰਦਾ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਇਹਦੀ ਕੂੜ ਦੀਆਂ ਪਰਤਾਂ ਖੁੱਲ੍ਹ ਗਈਆਂ। 39 ਕਰਮਚਾਰੀ ਇਹਦੇ ਆਪਣੇ ਦੇ ਕੱਲ ਦਾ ਪਤਾ ਕੋਈ ਨਹੀਂ ਕਿਉਂਕਿ ਇਹ ਵੀ ਮਤਲਬ ਕੋਈ ਹੋਰ ਰਸਤਿਓਂ ਨਹੀਂ ਆਇਆ ਇਸ ਸੰਸਾਰ 'ਤੇ ਉਸੇ ਹੀ ਰਸਤਿਓਂ ਇਹ ਆਇਆ ਜਿਸ ਰਸਤਿਓਂ ਰਾਜੇ ਮਹਾਰਾਜੇ ਆਏ ਨੇ। ਅਤੇ ਚਾਹੇ ਕੋਈ ਵੀ ਹੈ ਇਹ ਕਰੋਨਾ ਕਿਸੇ ਨੂੰ ਨਹੀਂ ਬਖਸ਼ ਰਿਹਾ। ਉਹਨੇ ਨਹੀਂ ਵੇਖਣਾ ਰਾਮਦੇਵ ਆ ਉਹਨੇ ਨਹੀਂ ਵੇਖਣਾ ਰਾਵਣ ਆ ਉਹਨੇ ਨਹੀਂ ਵੇਖਣਾ ਕਿ ਕੋਈ ਹੋਰ ਹੈ। ਹਾਂਜੀ ਜਿਨ੍ਹਾਂ ਦੇ ਲਾਗੋਂ ਦੀ ਹਵਾ ਵੀ ਪੁਣ ਕੇ ਲੰਘਦੀ ਆ ਅੱਜ ਕੱਲ੍ਹ ਅਤੇ ਉਹਨਾਂ ਦੇ ਵੀ ਗਲਾਂ ਨੂੰ ਜਾ ਫੜਦਾ ਇਹ। ਜਿਨ੍ਹਾਂ ਦੇ ਲਾਗੋਂ ਦੀ ਹਵਾ ਵੀ ਪੁਣ ਕੇ ਲੰਘਦੀ ਉਹ ਵੀ ਕਹਿੰਦੀ ਉੱਥੇ ਵੀ ਪਹੁੰਚ ਜਾਂਦਾ। ਐਨੀਵੇ ਮੇਰੇ ਨਾਲ ਕਾਲਰ ਨੇ ਜ਼ਿਆਦਾ ਕਾਲ ਤਾਂ ਨਹੀਂ ਲੈ ਸਕਾਂਗੇ ਪਰ ਮੇਰੇ ਕੋਲ ਕੁਝ ਵਪਾਰੀ ਸੱਜਣਾਂ ਦੇ ਸੁਨੇਹੇ ਨੇ ਮੈਂ ਪਹਿਲਾਂ ਪੂਰੇ ਕਰ ਲਵਾਂ। ਇੱਕ ਤਾਂ ਵੀ ਹੋਮਿਓਪੈਥੀ ਰਾਹੀਂ ਤੁਸੀਂ ਆਪਣਾ ਇਲਾਜ ਕਰਾਉਣਾ ਤਾਂ ਕਾਵਿਆ ਹੋਮੋਕੇ 10 ਕੋਟਲ ਬੁਲੇਵਾਰ 'ਤੇ ਨਹੀਂ ਤਾਂ ਓਜਾ ਜੀ ਨੂੰ ਕਾਲ ਕਰ ਲਿਓ 647 760 2779। ਘਰ ਦੀ ਕਾਰ ਦੀ ਵਪਾਰ ਦੀ ਕਿਸੇ ਪ੍ਰਕਾਰ ਦੀ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਸੁਪਰ ਵੀਜ਼ਾ ਟਰੈਵਲ ਇਨਸ਼ੋਰੈਂਸ ਲਈ 647 998 7114। ਸਰਬਜੀਤ ਸਿੰਘ ਸੈਣੀ ਜੀ ਨੂੰ ਕਾਲ ਕਰ ਲਿਓ।
ਔਰ ਮੌਰਗੇਜ ਸੰਬੰਧੀ ਫਸਟ ਸੈਕੰਡ ਥਰਡ ਮੌਰਗੇਜ ਦੇ ਨਾਲ ਪ੍ਰਾਈਵੇਟ ਫੰਡ ਲੈਣੇ ਨੇ, ਡਾਲਰ ਕੈਸ਼ ਲੈਣੇ ਨੇ। ਰਾਜ ਸੇਖੋਂ ਜੀ ਆਪਣੇ ਕਿੱਤੇ ਦੇ ਬਾਬਾ ਬੋਰਡ 416 802 0438। ਦੰਦ ਲਗਾਉਣੇ ਨੇ, ਪਟਾਉਣੇ ਨੇ, ਲਿਸ਼ਕਾਉਣੇ ਨੇ, ਚਮਕਾਉਣੇ ਨੇ, ਕਹਿਣ ਤੋਂ ਭਾਵ ਦੰਦਾਂ ਦੀ ਰੂਟ ਕਨਾਲ ਬ੍ਰਿਜਸ ਦੀ ਸਾਰੇ ਹਾਈ ਐਂਡ ਦੇ ਪ੍ਰੋਫੈਸ਼ਨਲ ਡਾਕਟਰਾਂ ਦੇ ਵਿੱਚ ਵੈਲ ਕੁਆਲੀਫਾਈਡ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ ਅਤੇ ਉਹਨਾਂ ਦੀ ਟੀਮ ਮੈਨੀ ਲੋਕੇਸ਼ਨ ਇਨ ਓਨਟਾਰੀਓ ਸਾਰੀਆਂ ਸੋਰਸ ਕੰਪਨੀਆਂ ਡੀਲ ਕਰਦੇ ਨੇ। 9054505600 ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਲਡਨ ਦੇ ਵਿੱਚ ਨਾਰਥ ਮੇਫੀਲਡ ਤੇ ਕੁਆਲਿਟੀ ਦੀ ਗਰੋਸਰੀ। ਗਰਮੀਆਂ ਆ ਗਈਆਂ ਨੇ, ਤੁਸੀਂ ਆਪਣੇ ਬੈਕਯਾਰਡ ਦੇ ਵਿੱਚ ਹੁਣ ਦਾਤੀਆਂ ਕਈਆਂ ਰੰਬੇ ਕੋਈ ਲੈ ਕੇ ਜਾਂ ਫੋਲਡਿੰਗ ਬੈੱਡ ਡਾਉਣੇ ਨਹੀਂ, ਉਹ ਵੀ ਲੈ ਸਕਦੇ ਹੋ। ਤੇ ਸੀਜ਼ਨ ਦਾ ਫਲ ਫਰੂਟ ਮਿੱਠੇ ਮਿੱਠੇ ਅੰਬ ਪਹੁੰਚੇ ਨੇ। ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ 905 843 2224 ਤੇ ਕਰਾਊਨ ਫਲੋਰਸ ਐਂਡ ਡਿਕੋਰ 120 ਰਦਰਫੋਰਡ ਤੇ ਵਾਕਿਆ ਨੇ। ਹਾਰਡਵੁੱਡ, ਲੈਮੀਨੇਟ, ਪੋਰਸਲਿਨ ਟਾਇਲ, ਸਿਰੈਮਿਕ ਟਾਇਲ ਦੀ ਬੇਸ਼ੁਮਾਰ ਵੈਰਾਈਟੀ ਹੈ। ਹੋਲਸੇਲ ਦੀਆਂ ਕੀਮਤਾਂ ਤੇ ਸਾਰਾ ਕੁਝ ਖਰੀਦਣ ਵਾਸਤੇ ਨੰਬਰ 905 796 2555। ਕੋਆਪ ਆਟੋ ਬਾਡੀ ਸ਼ਾਪ, ਕੋਈ ਵੀ ਕਿਸੇ ਮੇਕ ਮਾਡਲ ਦਾ ਟਰੱਕ ਹੋਵੇ ਉਹਦੀ ਕੰਪਲੀਟ ਬਾਡੀ ਵਰਕ ਲਈ ਕੋਆਪ ਆਟੋ ਬਾਡੀ ਸ਼ਾਪ ਨੰਬਰ 905 671 3647 ਤੇ ਬਰਾੜ ਕੌਣ ਨਹੀਂ ਜਾਣਦਾ ਬਰਾੜਾਂ ਦੇ ਨਾਮ ਨੂੰ। ਪਿਓਰ ਵੈਜੀਟੇਰੀਅਨ ਖਾਣਾ ਹੀ ਤਿਆਰ ਕੀਤਾ ਜਾਂਦਾ ਹੈ ਤੇ ਨਾਲ ਔਨ ਟੌਪ ਖਾਲਸ ਖੋਏ ਦੀਆਂ ਮਠਿਆਈਆਂ ਲੈ ਸਕਦੇ ਹੋ। ਬਰਾੜ 905 799 8887। ਮਠਾਰੂ ਵੈਲਡਿੰਗ ਸਰਵਿਸ, ਐਲੂਮੀਨੀਅਮ ਦੇ ਫਰੰਟ ਬੰਪਰ, ਡੀਅਰ ਬੰਪਰ, ਹੈਡਰੌਕ, ਡੀਜ਼ਲ ਟੈਂਕ ਤੇ ਸੇਫਟੀ ਲੋਕ ਲਗਾਉਣਾ। ਡੀ ਟਰੱਕ 24 ਫੁੱਟੇ ਪੈਚਅਪ ਦੇ ਬਾਡੀ ਵਰਕ ਦੇ ਕੰਮ ਲਈ ਮਠਾਰੂ। ਨੰਬਰ ਟੂ ਕਾਲ 647 460 6355। ਵੈਜ ਨੌਨ ਵੈਜ ਖਾਣਾ ਤੁਸੀਂ ਲੈਣਾ, ਮਿੰਟੋ ਮਿੰਟੀ ਚਾਹ ਦਾ ਪਿਆਲਾ ਹੋਵੇ ਤੇ ਚਾਹੇ ਹੋਵੇ 10 20 50 ਬੰਦਿਆਂ ਦਾ ਖਾਣਾ। ਥਾਲੀ ਬੜੀ ਵਧੀਆ ਪਰੋਸਦੇ ਨੇ ਔਰ ਤੁਸੀਂ ਟੇਕ ਆਊਟ ਲੈ ਸਕਦੇ ਹੋ। ਸਵੀਟ ਮੈਲ 680 ਰੈਕਸਟਲ ਬੁਲੇਵਾਰਡ ਤੇ ਕਾਲ ਕਰ ਸਕਦੇ ਹੋ। ਸੁਖਰਾਜ ਕੰਗ 416 679 9191। ਰੈਡਸ ਫਰਨੀਚਰ 5200 ਡਿਕਸੀ ਮੈਥੇਸਨ ਤੇ ਵਾਕਿਆ ਨੇ। ਕਰਬਸਾਈਡ ਪਿਕਅਪ ਦੇ ਨਾਲ ਤੁਸੀਂ ਉਹਨਾਂ ਦੇ ਕੋਲੋਂ ਡਿਲੀਵਰੀ ਆਪਣੀ ਵੈਬਸਾਈਟ ਤੇ ਵਿਜ਼ਿਟ ਕਰਕੇ ਮਨਭਾਉਂਦਾ ਫਰਨੀਚਰ ਲਵੋ ਤੇ ਵਾਜਬ ਰੇਟ ਤੇ ਤੁਸੀਂ ਲੈ ਸਕਦੇ ਹੋ। ਆਸਾਨ ਕਿਸ਼ਤਾਂ ਵੀ ਕੀਤੀਆਂ ਜਾ ਸਕਦੀਆਂ ਨੇ। 905 232 7499। ਸਿੰਡੀ ਰੈਨੋਵੇਸ਼ਨ, ਤੁਸੀਂ ਘਰ ਨੂੰ ਬਣਾ ਰਹੇ ਹੋ, ਬੇਸਮੈਂਟ ਲੀਗਲਾਈਜ਼ ਕਰਾਉਣੀ ਹੈ ਜਾਂ ਲੀਗਲ ਤਿਆਰ ਕਰਾਉਣੀ ਹੈ ਤਾਂ ਸਿੰਡੀ ਰੈਨੋਵੇਸ਼ਨ ਲੋਨ ਚਾਹੀਦਾ ਬੇਸਮੈਂਟ ਬਣਾਉਣ ਵਾਸਤੇ। ਬੇਸਮੈਂਟ ਬਣਾ ਕੇ ਵੀ ਦੇ ਦੇਣਗੇ, ਪੈਸੇ ਹੌਲੀ ਹੌਲੀ ਦੇ ਚੱਲਿਓ। ਕਾਲ ਮਿਸਟਰ ਰਾਜ 4167218687 416 721 8687। ਹਾਂਜੀ ਕੀਰਤ ਸਾਹਿਬ, ਮੇਰਾ ਇੱਕ ਕੁਐਸਚਨ ਹੈ। ਜਿਹੜਾ ਪੱਛਮੀ ਬੰਗਾਲ ਦੀ ਜਿਹੜੀ ਰਿਪੋਰਟ ਹੈ ਖਾਸ ਤੌਰ ਤੇ ਦੁਨੀਆ ਭਰ ਦੇ ਵਿੱਚ ਨਿਗਾਹ ਲੱਗੀਆਂ ਹੋਈਆਂ ਨੇ, ਰਹਿ ਗਏ ਨੇ ਚੋਣ ਇਲਾਕਿਆਂ ਵਿੱਚ CPM ਦੇ ਸਮਰਥਕ ਜਾ ਰਹੇ ਹਨ। ਹਾਂਜੀ, ਔਰ ਰਿਪੋਰਟ ਆਈ ਹੈ ਜਿਹੜੀ ਭਾਜਪਾ ਦੇ ਨਾਲ, ਕੀ ਕਹਿਣਾ ਚਾਹੋਗੇ? ਤਬਲਾ ਸਾਹਿਬ, ਬੜੀ ਵੱਡੀ ਖਬਰ ਹੈਗੀ ਆ ਅਸਲ ਵਿੱਚ, ਕਿਉਂਕਿ CPM ਜਿਹੜੀ ਹੈਗੀ ਆ ਨਾ, ਉਹ ਲੈਫਟਿਸਟ ਪਾਰਟੀ ਹੈਗੀ ਤੇ ਖੱਬੇ ਪੱਖੀ ਪਾਰਟੀ ਤਾਂ BJP ਦੇ ਨਾਲ ਬਹੁਤ ਵਿਰੋਧਤਾ ਹੈਗੀ ਆ ਪੂਰੇ ਭਾਰਤ ਵਿੱਚ, ਬਹੁਤ ਜ਼ਿਆਦਾ ਥਾਂ ਤੇ। ਕਿਉਂਕਿ ਇਹਨਾਂ ਦੇ ਨਾਲ ਨਾ ਜਿਹੜੇ ਖੱਬੇ ਪੱਖੀਆਂ ਦੇ ਨਾਲ ਤਾਂ BJP ਦਾ ਇੱਕ ਤਰ੍ਹਾਂ ਦਾ ਸ਼ਕਤੀ ਦਾ ਅੰਕੜਾ ਹੈਗਾ, ਉਹ ਕਦੇ ਕਿਸੇ ਵੀ ਹਾਲਤ 'ਚ ਇਕੱਠੇ ਨਹੀਂ ਹੋ ਸਕਦੇ। ਟਰੈਕ ਨਾ ਦੋ ਰੇਲਵੇ ਦੇ ਇਕੱਠੇ ਨਹੀਂ ਹੋ ਸਕਦੇ। ਪਰ ਦੇਖਣ ਵਿੱਚ ਜਿਹੜੀ ਰਿਪੋਰਟ ਭਾਸਕਰ ਅਖਬਾਰ ਕਰ ਰਿਹਾ ਹੈ, ਉਸ ਅਖਬਾਰ ਦੀ ਰਿਪੋਰਟ ਕਹਿੰਦੀ ਹੈ ਕਿ CPM ਦੇ ਸਮਰਥਕ ਭਾਜਪਾ ਦੇ ਨਾਲ ਜਾ ਰਹੇ ਆ। ਜਿਹੜੇ ਕੁਝ ਇਲਾਕੇ ਰਹਿ ਗਏ ਆ ਚੋਣਾਂ ਤੋਂ, ਉਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਮੁਸਲਮਾਨ ਹੈਗੇ ਆ, 35 ਤੋਂ 40% ਤੱਕ ਮੁਸਲਮਾਨ ਉੱਥੇ ਇਲਾਕਿਆਂ 'ਚ ਹੈਗੇ ਆ ਤੇ ਉਹਨਾਂ ਵਿੱਚ ਜ਼ਿਆਦਾ ਮੁਸਲਮਾਨ 30% ਮੁਸਲਮਾਨ ਦੇ ਕਰੀਬ TMC ਨਾਲ ਖੜੇ ਨਜ਼ਰ ਆਉਂਦੇ ਆ। TMC ਨਾਲ ਮਮਤਾ ਨਾਲ ਖੜੇ ਨਜ਼ਰ ਆਉਂਦੇ ਆ। ਪਰ ਉਸ ਇਲਾਕੇ ਵਿੱਚ ਇਹ ਰਿਪੋਰਟ ਕਹਿ ਰਹੀ ਆ ਕਿ ਉਸ ਇਲਾਕੇ ਵਿੱਚ TMC ਨੂੰ ਸਬਕ ਸਿਖਾਉਣ ਵਾਸਤੇ CPM ਦੇ ਸਮਰਥਕ BJP ਦਾ ਸਮਰਥਨ ਕਰ ਰਹੇ ਆ ਤੇ ਇਹ ਇੱਕ ਆਪਣੇ ਆਪ 'ਚ ਬਹੁਤ ਵੱਡੀ ਖਬਰ ਹੈਗੀ ਆ। ਇਹ CPM ਲੈਫਟਿਸਟ ਹੋਣ ਦੇ ਨਾਤੇ ਤੇ ਉਹ BJP ਦੀ ਮਦਦ ਕਰ ਰਹੀ ਹੋਵੇ, ਕਿਉਂਕਿ ਉਹਨਾਂ ਦਾ ਬਹੁਤ ਜ਼ਿਆਦਾ ਵਿਰੋਧਤਾ ਆਪਸ 'ਚ ਹੈਗੀ ਆ, ਬਹੁਤ ਜ਼ਿਆਦਾ ਵਿਰੋਧਤਾ ਹੈਗੀ ਆ ਆਪਸ 'ਚ, ਇੱਕ ਦੂਜੇ ਨੂੰ ਦੇਖਦੇ ਵੀ ਨਹੀਂ ਹੈਗੇ। ਉਹ ਇਹ ਲਾਲ ਝੰਡੇ ਵਾਲੇ ਨੇ ਜੀ, ਧਮਕਾਉਣਾ ਫਲਾਉਣਾ ਬਹੁਤ ਕੁਛ ਹੈਗੀ ਆ। ਪਰ ਏਦਾਂ ਦਾ ਜੇਕਰ ਕਿਸੇ ਨੂੰ ਵਿਰੋਧੀ ਰੂਪ ਨਾਲ ਹਰਾਉਣ ਵਾਸਤੇ ਦੂਜੇ ਵਿਰੋਧੀ ਨਾਲ ਲਿਆ ਜਾਵੇ, ਇਹ ਸਿਆਸਤ ਵਿੱਚ ਹੋ ਸਕਦਾ। ਪਰ CPM ਕਿਉਂ ਕਰ ਰਹੀ ਹੈ ਏਦਾਂ, ਇਹ ਸਮਝ ਤੋਂ ਬਾਹਰ ਹੈ ਗੱਲ। ਚਾਵਲਾ ਦੋਸਤੋ, ਪਹਿਲਾਂ ਕੰਮ ਵੇਖੋ ਫੇਰ ਕੰਮ ਕਰਵਾਓ। ਖਿੰਡਾ ਕੰਸਟਰਕਸ਼ਨ ਐਂਡ ਰੈਨੋਵੇਸ਼ਨ ਦੇ ਪਵਨਦੀਪ ਖਿੰਡਾ ਦਾ ਪੈਗਾਮ ਹੈ 647 518 0103। ਘਰ ਦੇ ਵਿੱਚ ਫਰਨੀਚਰ ਦੇ ਨਾਲ ਵਧੀਆ ਟੌਪ ਦਾ ਤੁਸੀਂ ਫਰਿੱਜ, ਸਟੋਵ, ਡਿਸ਼ਵਾਸ਼, ਕਸਟਮ ਬਿੱਲ ਕਿਚਨ ਬਣਾਉਣੀ ਹੈ, ਹੋਮ ਥੀਏਟਰ ਸਿਸਟਮ ਬਣਾਉਣਾ ਹੈ ਘਰ ਦੇ ਵਿੱਚ ਤਾਂ ਟੌਪ ਚੋਇਸ 16 ਇੰਟਰਮੋਲ ਡਰਾਈਵ ਐਟ 에ਅਰਪੋਰਟ ਰੋਡ ਨੰਬਰ 905 799 0045। ਅਤੇ ਇਹਦੇ ਨਾਲ ਹੀ ਅਗਲੀ ਕਾਲ ਲੈ ਲੈਣੇ ਆ, ਭਾਵੇਂ ਸਮਾਂ ਸਾਡੇ ਕੋਲ ਥੋੜਾ ਹੈ। ਵੈਲਕਮ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਤੁਹਾਡਾ ਗਾੜੀ ਬੋਲਦਾ ਫਾਜ਼ਿਲਪੁਰ ਤੋਂ। ਮੈਂ ਇੱਕ ਬੇਨਤੀ ਕਰਨੀ ਆ
ਆਪਾਂ ਬਾਣੀ ਤੇ ਅਸਰ ਕਰਦੇ ਆ। ਹਾਂਜੀ ਜੀ ਸੁਣਦੇ ਹੋ ਨਾ? ਹਾਂਜੀ ਹਾਂਜੀ, ਮੈਂ ਤੁਹਾਨੂੰ ਬਾਣੀ ਬਾਰੇ ਲੱਗਾ ਦੱਸਣ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਦੀਵਾਨ ਦਾ ਮਤਲਬ ਕੀ ਆ? ਨਾ ਉਹ ਵੇਖੇ ਨਾ ਉਹ ਵੇਖੇ, ਉਹ ਨਜ਼ਰ ਨਾ ਆਵੇ, ਬਹੁਤਾ ਇਹੋ ਵਡਾਣ। ਇਹ ਉੱਥੇ ਜਿੱਥੇ ਹੁਣ ਆਉਂਦੀ ਆ ਨਾ ਗੱਲ, ਪਤਾ ਨਹੀਂ ਲੱਗਦਾ ਵੀ ਕਰਮ ਕਿੱਥੇ ਆ, ਦਿਖਦੇ ਨਹੀਂ। ਇਹ ਬਾਬੇ ਨਾਨਕ ਸਾਹਿਬ ਨੇ ਉਦੋਂ ਦੇ ਕਹੇ ਤੇ ਆ। ਮੈਂ ਇੰਨੀ ਕੀ ਬੇਨਤੀ ਕਰਨੀ ਸੀ। ਮੈਂ ਫਾਜ਼ਿਲਪੁਰ ਤੋਂ ਵਾਲਾ ਬੋਲਦਾ। ਬਹੁਤ ਧੰਨਵਾਦ ਜੀ, ਸੋ ਨਾਈਸ, ਥੈਂਕ ਯੂ। ਬਾਕੀ ਤੁਹਾਡੇ ਉਹ ਸਹੁਰਾ ਸਾਹਿਬ ਵੱਲੋਂ ਬਹੁਤ ਮਾੜੀ ਗੱਲ ਹੋਈ ਆ। ਥੈਂਕ ਯੂ ਜੀ, ਥੈਂਕ ਯੂ, ਤੁਹਾਡੀ ਕਾਲ ਆਈ, ਬਹੁਤ ਬਹੁਤ ਧੰਨਵਾਦ। ਸੋ ਨਾਈਸ ਸਰ, ਥੈਂਕ ਯੂ ਜੀ। ਵੌਇਸ ਆਫ ਸਿਟੀ 1320 AM 'ਤੇ ਚਲੋ ਆਪਣੇ ਅੰਦਾਜ਼ ਦੇ ਨਾਲ ਸਾਨੂੰ ਕੁਝ ਉਹ ਸੁਨੇਹਾ ਦੇ ਕੇ ਗਏ ਨੇ ਜੀ। ਹਾਂਜੀ, ਮਿਲੇ ਕਦੀ ਨਹੀਂ, ਪਰ ਹੁਣ ਜਦੋਂ ਪਤਾ ਹੈ ਲੋਕਾਂ ਨੂੰ। ਮੈਂ ਤਾਂ 97 'ਚ ਕਹਿ ਤਾ ਸੀ ਕਿ ਲੁਕਿਆ ਕੋਈ ਨਹੀਂ ਰਹਿੰਦਾ, ਨਾ ਲੁਕੇ ਰਹਿਣਾ। ਉਦੋਂ ਬਹੁਤ ਘੱਟ ਸਾਧਨ ਹੁੰਦੇ ਸੀਗੇ ਵੀ ਕਿਹੜੇ ਪਿੰਡ ਦਾ, ਕਿਹੜੀ ਜਾਤ ਦਾ, ਕਿਹਨਾਂ ਦਾ ਮੁੰਡਾ, ਕਿਹਨਾਂ ਦਾ ਨਹੀਂ ਮੁੰਡਾ। ਉਹ ਨਹੀਂ ਲੁਕਿਆ ਰਹਿੰਦਾ। ਕਿਤੇ ਨਾ ਕਿਤੇ ਤੁਹਾਡਾ ਪਤਾ ਲੱਗ ਜਾਂਦਾ, ਤੁਹਾਡੀ ਔਕਾਤ ਦਾ ਪਤਾ ਲੱਗ ਜਾਂਦਾ, ਤੁਹਾਡੇ ਕੀਤੇ ਹੋਏ ਕੰਮਾਂ ਦਾ ਪਤਾ ਲੱਗ ਜਾਂਦਾ। ਅਤੇ ਜਦੋਂ ਆਪਾਂ, ਇੱਕ ਮੈਨੂੰ ਸੱਜਣ ਕਹਿੰਦਾ ਵੀ ਤੁਸੀਂ ਇੰਡੀਆ ਨਹੀਂ ਜਾਂਦੇ ਹੁੰਦੇ, ਮੈਂ ਕਿਹਾ ਮੈਂ ਜਾਣਾ। ਉਹ ਗੱਲ ਕਿੱਥੋਂ ਸ਼ੁਰੂ ਹੋਈ ਸੀ ਕਿ ਹੁਣ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਦਾ। ਹੁਣ ਤਾਂ ਚਲੋ ਪੱਤਰਕਾਰਾਂ ਦੇ ਵਿੱਚ ਮੈਂ ਦੇਖਦਾ ਕਿ ਬੜੀ ਜਾਗਰੂਕਤਾ ਪੈਦਾ ਹੋਈ, ਸਵਾਲ ਵੀ ਤਿੱਖੇ ਕਰਦੇ ਨੇ। ਹਾਂਜੀ, ਨਹੀਂ ਤਾਂ ਇੱਥੇ ਚੰਦ ਰੇਡੀਓ ਸੀ, ਬਸ ਆਇਆ, ਉਹ ਕਹਿੰਦੇ ਦੋਵਾਂ ਹੱਥਾਂ 'ਚ ਲੱਡੂ, ਇੱਧਰ ਵੀ ਅਤੇ ਇੱਧਰ ਵੀ। ਉਹਨਾਂ ਦੇ ਸਿਫਤਾਂ ਕੀਤੀਆਂ ਅਤੇ ਇੱਕ ਪਾਸਾ ਦਿਖਾਇਆ ਅਤੇ ਚਲ ਗਿਆ। ਉਹ ਸੀਗਾ ਇੱਕ ਸੱਜਣ ਇੱਥੇ ਆਇਆ ਰੇਡੀਓ 'ਤੇ, ਕਰਨਲ ਸੀ ਆਈ ਥਿੰਕ, ਕੋਈ ਸਮਥਿੰਗ, ਕਹਿੰਦਾ ਜੀ ਦਰਬਾਰ ਸਾਹਿਬ 'ਤੇ ਟੈਂਕ ਗਿਆ ਹੀ ਨਹੀਂ। ਝੂਠ ਵੇਖੋ, ਸ਼ਰੇਆਮ ਦੁਨੀਆ ਨੂੰ ਪਤਾ ਟੈਂਕ ਗਏ। ਮੈਂ ਕਿਹਾ ਸੱਜਣ ਜੀ, ਇਹ ਨੰਬਰ ਦਿਓ ਇਹਦਾ ਮਿੱਤਰ ਦਾ। ਰਾਤ ਨੂੰ 2 ਘੰਟੇ ਫਿਰ ਉਹ ਛਿੱਲ ਲਾਈ, ਪਾਣੀ ਪੀ ਕੇ ਮੂੰਹ 'ਚੋਂ ਹਵਾੜ ਮਾਰੇ। ਕਹਿੰਦਾ ਤੂੰ ਇੰਡੀਆ ਨਹੀਂ ਜਾਂਦਾ? ਮੈਂ ਕਿਹਾ ਮੈਂ ਜਾਂਦਾ ਇੰਡੀਆ। ਮੈਂ ਕਿਹਾ ਅਗਲੇ ਮਹੀਨੇ, ਮੈਂ ਹਰ ਸਾਲ ਪਿੱਛੋਂ ਜਾਂਦਾ ਇੰਡੀਆ। ਆਹ ਮੇਰਾ ਪਿੰਡ ਆ, ਆਹ ਮੇਰਾ ਮਹੱਲਾ, ਆਹ ਮੇਰੀ ਗਲੀ ਆ, ਇਹਨਾਂ ਦਾ ਮੈਂ ਮੁੰਡਾ। ਜਾਇਓ, ਜਿੰਨੇ ਕੁ ਜੋਗੇ ਆ ਕੇ ਸੇਵਾ ਵੀ ਕਰ ਦੇਣਗੇ, ਚਾਹ ਪਾਣੀ ਜ਼ਰੂਰ ਪਿਆਉਣਗੇ। ਲੁਕਿਆ ਕਿੱਥੇ ਰਹਿੰਦਾ ਬੰਦਾ? ਹੁਣ ਬਾਈ ਜੀ ਨੂੰ ਮੈਂ ਤਾਂ ਜਾਣਦਾ ਨਹੀਂ, ਪਰ ਕਿਉਂਕਿ ਜਦੋਂ ਪਿੰਡ ਤੁਸੀਂ ਕਹਿੰਦੇ ਆਪਣਾ ਇਲਾਕਾ ਕਹਿੰਦੇ, ਤਾਂ ਫਿਰ ਤੁਹਾਡੇ ਇਲਾਕੇ ਦੇ ਜਿਹੜੇ ਬੰਦੇ ਹੋਣਗੇ ਉਹ ਕਿਤੇ ਨਾ ਕਿਤੇ ਉਸ ਪਿੰਡ ਥਾਈਂ ਲੰਘੇ ਹੋਣਗੇ ਤਾਂ ਪਤਾ ਹੋਊਗਾ। ਸਾਡੇ ਵੱਡ ਵਡੇਰਿਆਂ ਦਾ ਵੀ ਪਤਾ ਹੋਊਗਾ, ਹੈ ਨਾ। ਸੋ ਇਸ ਕਰਕੇ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ। ਕੋਈ ਇਹਨਾਂ ਨੇ ਕਿਹਾ ਕਿ ਮੈਂ ਤੁਹਾਡੇ ਇਲਾਕੇ 'ਚੋਂ ਫਾਜ਼ਿਲਪੁਰ ਤੋਂ ਬੋਲਦੇ, ਪਰ ਮੈਂ ਦਰਸ਼ਨ ਨਹੀਂ ਕੀਤੇ। ਇਹਨਾਂ ਦੀ ਕਾਲ ਕਦੇ ਆਉਂਦੀ ਰਹਿੰਦੀ। ਸੋ ਨਾਈਸ, ਥੈਂਕ ਯੂ ਵੈਰੀ ਮੱਚ, ਬਹੁਤ ਅੱਛਾ ਤੁਸੀਂ ਸੁਨੇਹਾ ਦੇ ਕੇ ਗਏ ਹੋ। ਅੱਛਾ ਅਕੀਦਾ ਸਾਹਿਬ, ਇੱਕ ਦੋ ਗੱਲਾਂ ਹੋਰ ਨੇ, ਜੇ ਸਮਾਂ ਹੈਗਾ ਤਾਂ ਕਰ ਲੈਂਦੇ ਹਾਂ। ਹਾਂ ਕੋਈ ਗੱਲ ਨਹੀਂ। ਬਹਿਬਲ ਕਲਾਂ ਗੋਲੀकांड, ਸਰਕਾਰ ਪੁੱਜੀ ਹਾਈ ਕੋਰਟ, ਔਰ ਕੁੰਵਰ ਵਿਜੇ ਪ੍ਰਤਾਪ ਨੇ ਮੈਨੂੰ ਲੱਗਦਾ ਹੁਣ ਥਾਣ ਲਈ ਆ ਬੜੇ ਖੁਲਾਸੇ ਉਹ ਕਰਨੇ ਸ਼ੁਰੂ ਕਰਦੇ ਨੇ। ਕਹਿੰਦੇ ਮਹਿੰਗੀਆਂ ਹੋਟਲਾਂ ਦੇ ਵਿੱਚ ਬੰਦੇ ਠਹਿਰਾਏ ਜਾਂਦੇ ਸਨ ਸਰਕਾਰੀ। ਕਿਆ ਬਾਤ ਹੈ। ਫਿਰ ਤੁਹਾਨੂੰ ਇਨਸਾਫ ਕਿੱਥੇ ਮਿਲਣਾ? ਬਹਿਬਲ ਕਲਾਂ ਗੋਲੀकांड, ਕੀ ਕਹਿਣਾ ਚਾਹੋਗੇ? ਹਾਸਾ ਮੈਨੂੰ ਕਿਉਂ ਆਇਆ? ਹਾਸਾ ਮੈਨੂੰ ਇਸ ਕਰਕੇ ਆਇਆ ਕਿ ਸਾਡੀ ਜਿਹੜੀ ਕੌਮ ਦੇ ਜਿਹੜੇ, ਵੇਖੋ ਇਹਨਾਂ ਨੇ ਕਿਵੇਂ ਕਿੱਥੇ ਪੀਕ ਤੇ ਪਹੁੰਚਿਆ ਸੀ, ਮੋਰਚਾ ਉੱਥੋਂ ਚੱਕ ਲਿਆ, ਹੈ ਨਾ। ਹੁਣ ਕੱਲ ਦਾਦੂਵਾਲ ਬੋਲਿਆ ਸੀਗਾ ਕਿ ਮੰਡ ਸਾਹਿਬ ਨੂੰ ਚੁੱਕਣਾ ਨਹੀਂ ਸੀ ਚਾਹੀਦਾ ਐਵੇਂ। ਹੁਣ ਇਹਨਾਂ ਦੇ ਸਿੰਘ ਫਸਣੇ ਨੇ ਆਉਣ ਵਾਲੇ ਦਿਨਾਂ 'ਚ। ਹਾਂਜੀ, ਜਦੋਂ ਪੀਕ ਤੇ ਪਹੁੰਚਣ ਲੱਗਦੀ ਹੈ ਕੋਈ ਚੀਜ਼, ਉੱਥੇ ਜਾ ਕੇ ਇਹ ਮਤਲਬ ਜਿਹੜੀ ਹੁਣ ਕੀ ਕਵਾਂ, ਜਿਹੜੀਆਂ ਗੋਲੀਆਂ ਫਿੱਟ ਕੀਤੀਆਂ ਹੁੰਦੀਆਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਨੇ। ਦੇਸ਼ਾਂ ਵਿਦੇਸ਼ਾਂ 'ਚ ਵੀ ਇਹਨਾਂ ਦੇ ਬੜੇ ਮਤਲਬ ਵੱਡੇ ਮਾਹਰ ਬੈਠੇ ਨੇ ਸ਼ਤਰੰਜ ਵਿਛਾ ਕੇ, ਹੈ ਨਾ। ਸੋ ਮੈਂ ਤਾਂ ਅਕਸਰ ਕਹਿੰਦਾ ਨਾ ਕਿ ਮੈਨੂੰ ਇੱਕ ਦੇ ਦਿਓ। ਹਾਂਜੀ, ਇੱਕ ਮਸਲਾ ਦੇ ਦਿਓ ਕਿ ਜਿਹੜਾ ਕੌਮ ਨੇ ਕਿਤੇ ਨਜਿੱਠ ਲਿਆ ਹੋਵੇ ਇਕੱਠੇ ਬਹਿ ਕੇ, ਤੇ ਜਿਹਦਾ ਕਿਤੇ ਫੈਸਲਾ ਇਕੱਠੇ ਬਹਿ ਕੇ ਕਰ ਲਿਆ ਹੋਵੇ। ਹਾਂਜੀ, ਇਕੱਠੇ ਬਹਿ ਕੇ ਕਿਤੇ ਫੈਸਲਾ ਪੜ੍ਹਨ ਦੇ ਵਿੱਚ ਤੇ ਆਉਂਦਾ ਹੈ, ਤੇ ਪਰਚੀਆਂ ਪਾਈਆਂ ਸਨ। ਹਾਂਜੀ, ਪੜ੍ਹਨ ਦੇ ਵਿੱਚ ਤੇ ਆਉਂਦਾ ਸੀ। ਹਾਂਜੀ, ਬਿਲਕੁਲ ਪੁਰਾਣੇ ਸਮੇਂ ਦੇ ਵਿੱਚ, ਕਿਉਂਕਿ ਤੁਸੀਂ ਵੀ ਖੋਜੀ ਸ਼ਾਇਦ ਕੋਈ ਹੋਵੇ ਤਾਂ ਮੈਨੂੰ ਦੱਸਿਓ। ਆਪਾਂ ਸਰਕਾਰ ਪੁੱਜੀ ਕਹਿੰਦੇ ਹਾਈ ਕੋਰਟ ਦੇ ਵਿੱਚ ਬਹਿਬਲ ਕਲਾਂ ਗੋਲੀकांड, ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਅਸਲ ਵਿੱਚ ਨਾ ਬਹਿਬਲ ਕਲਾਂ ਦੇ ਮਾਮਲੇ ਦੇ ਵਿੱਚ ਨਾ ਅੱਜ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀਗੀ, ਤੇ ਉਹ ਇੱਕ ਤਾਂ ਜਿਹੜੀ ਕੋਟਕਪੂਰਾ ਗੋਲੀकांड ਦੀ ਜਿਹੜੀ ਰਿਪੋਰਟ ਰੱਦ ਕੀਤੀ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ, ਉਹ ਰਿਪੋਰਟ ਅਜੇ ਪਤਾ ਨਹੀਂ ਕਿਉਂ ਉਹਦਾ ਆਰਡਰ ਨਸ਼ਰ ਨਹੀਂ ਕੀਤਾ ਮਾਨਯੋਗ ਅਦਾਲਤ ਨੇ, ਬਾਹਰ ਨਹੀਂ ਜਾਇਆ। ਹਾਲਾਂਕਿ ਜਿੰਨੇ ਵੀ ਆਰਡਰ ਚਾਵਲਾ ਸਾਹਿਬ ਹੁੰਦੇ ਆ ਨਾ, ਨਾਲ ਦੀ ਨਾਲ ਝਟਪਟ ਪੈ ਜਾਂਦੇ ਹੁੰਦੇ ਆ ਉਹਦੇ, ਜਿਹੜੀ ਉਹਨਾਂ ਦੀ ਵੈਬਸਾਈਟ ਹੈਗੀ ਆ ਅਦਾਲਤ ਦੀ, ਤੋਂ ਨਾਲ ਦੀ ਨਾਲ ਆਰਡਰ ਕੱਢ ਲੈਂਦੇ ਆ। ਪਰ ਪਤਾ ਨਹੀਂ ਕਿਉਂ ਇਹਦਾ ਆਰਡਰ ਨੂੰ ਦੇਰੀ ਹੋ ਰਹੀ ਹੈ।
ਤੇ ਉਹ ਆਰਡਰ ਨਹੀਂ ਅਜੇ ਤੱਕ ਆਏ। ਤਾਂ ਨੰਬਰ 1 ਇਹ ਗੱਲ ਆ। ਪੰਜਾਬ ਸਰਕਾਰ ਨੇ ਜਾ ਕੇ ਦਿੱਤੀ ਹੈ ਅਰਜੀ ਉੱਥੇ ਮਾਨਯੋਗ ਹਾਈ ਕੋਰਟ ਦੇ ਵਿੱਚ। ਅੱਜ ਉਹਨਾਂ ਨੇ ਕਿਹਾ ਕਿ ਸਾਡੇ ਵਕੀਲ ਨੂੰ ਕਰੋਨਾ ਹੋ ਗਿਆ, ਉਸ ਦੇ ਸਾਥੀ ਨੂੰ ਵੀ ਕਰੋਨਾ ਹੋ ਗਿਆ, ਇਸ ਕਰਕੇ ਸਾਡਾ ਵਕੀਲ ਇੱਥੇ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਦਾ। ਜਿਹੜੀ ਤੁਸੀਂ ਬਹਿਬਲ ਕਰਾਂ ਗੋਲੀ ਕਾਂਡ ਦੀ ਸੁਣਾਉਣੀ ਸੀ ਸਜ਼ਾ, ਸੌਰੀ ਆਪਣਾ ਸੁਣਾਉਣਾ ਸੀ ਫੈਸਲਾ, ਉਹ ਫੈਸਲਾ ਤੁਸੀਂ ਅੱਗੇ ਪਾ ਦਿਓ। ਤੇ ਉਹ ਫੈਸਲਾ ਮਾਨਯੋਗ ਹਾਈ ਕੋਰਟ ਨੇ ਅੱਗੇ ਪਾਉਣਾ ਸੀਗਾ। ਤੇ ਪਰ ਉਸ ਤੋਂ ਜਿਹੜੀ ਇੱਕ ਦੂਜੀ ਤੁਸੀਂ ਗੱਲ ਇਹ ਕੀਤੀ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਕਿ ਉਹ ਖੁਲਾਸੇ ਬੜੇ ਕਰੀ ਜਾਂਦੇ ਆ, ਉਹ ਬੜੇ ਵੱਡੇ ਖੁਲਾਸੇ ਕਰ ਰਹੇ ਨੇ ਚਾਵਲਾ ਸਾਹਿਬ। ਮੈਂ ਉਹ ਇਹ ਖੁਲਾਸੇ ਦੀ ਗੱਲ ਆਪਾਂ ਤੁਹਾਡੇ ਵਾਲੀ ਜਿਹੜੀ ਸ਼ਾਮ ਹੈਗਾ ਉਦੋਂ ਕਰਾਂਗੇ। ਤੇ ਪਰ ਬੜੇ ਵੱਡੇ ਖੁਲਾਸੇ ਨੇ ਉਹਦੇ, ਜਿਹੜੇ ਕਿ ਆਪਾਂ ਸਾਰੇ ਪੜ੍ਹਦੇ ਹਾਂ। ਉਹ ਮਹਿੰਗੇ ਵਕੀਲ ਮਹਿੰਗੇ ਮੈਰੀਅਟ ਵਰਗੇ ਹੋਟਲਾਂ ਦੇ ਵਿੱਚ ਠਹਿਰਾਉਂਦੇ ਸੀਗੇ ਉਹਨਾਂ ਨੂੰ। ਬੜੇ ਵੱਡੇ ਖੁਲਾਸੇ ਹੋ ਰਹੇ ਨੇ ਉਹਦੇ। ਤੇ ਉਹ ਇੱਕ ਵੱਖਰਾ ਸੰਦਰਭ, ਵੱਖਰਾ ਕੰਸੈਪਟ ਆਇਆ ਕਿ ਇਸ ਸੰਬੰਧ ਵਿੱਚ ਕੀ ਫਿਰ ਇਨਸਾਫ ਕਿੱਥੇ ਮਿਲਣਾ ਸੀਗਾ। ਚਲੋ ਇਨਸਾਨਾਂ ਨੂੰ ਇਨਸਾਫ ਮਿਲਦਾ ਜਾਂ ਨਹੀਂ ਮਿਲਦਾ, ਪਰ ਅੱਜ ਕੁਝ ਇਹੋ ਜਿਹੇ ਵੀ ਸਮਾਜ ਸੇਵੀ ਹਨ ਕਿ ਵੈਸੇ ਤਾਂ ਨਿੱਕੇ ਨਿੱਕੇ ਬੱਚਿਆਂ ਨੂੰ ਕੁੱਤੇ ਖਾ ਜਾਣ, ਬਜ਼ੁਰਗਾਂ ਨੂੰ ਖਾ ਜਾਣ ਤੇ ਕੋਈ ਪੁੱਛਗਿੱਛ ਨਹੀਂ। ਉਦੋਂ ਤੇ ਮੇਨਕਾ ਗਾਂਧੀ ਨੂੰ ਪਤਾ ਹੀ ਨਹੀਂ ਲੱਗਦਾ ਹਾਂਜੀ ਵੀ ਕਿਸੇ ਦਾ ਇੱਕ ਪਤਾ ਨਹੀਂ ਕਿੰਨੀਆਂ ਸੁੱਖਣਾ ਸੋ ਕੇ ਘਰ ਦਾ ਜਵਾਕ ਜਾਂ ਘਰ ਦਾ ਜਿਹੜਾ ਬਜ਼ੁਰਗ ਗਿਆ ਸੀਗਾ ਉਹਨੂੰ ਕੁੱਤਿਆਂ ਨੇ ਨੋਚ ਲਿਆ। ਪਰ ਜਦੋਂ ਕੁੱਤੇ ਤੇ ਕੋਈ ਸੋਟੀ ਮਾਰਦੇ ਤੇ ਦਿੱਲੀ ਤੱਕ ਤਾਰਾਂ ਖੜਕ ਜਾਂਦੀਆਂ। ਚਲੋ ਉਹ ਵੀ ਨਹੀਂ ਹੋਣੀ ਚਾਹੀਦੀ, ਕੁੱਤਿਆਂ ਨੂੰ ਕਿਉਂ ਸੋਟੀ ਮਾਰਨੀ। ਕਪੂਰਥਲਾ ਦੀ ਇੱਕ ਸਮਾਜ ਸੇਵੀ ਸੰਸਥਾ ਨੇ ਅਵਾਰਾ ਕੁੱਤਿਆਂ ਨੂੰ ਸੰਭਾਲਿਆ। ਇੱਥੇ ਦੇ ਬੰਦਿਆਂ ਨੂੰ ਸੰਭਾਲਣ ਤੋਂ ਲੋਕ ਮਤਲਬ ਆਤਰ ਹੋਏ ਫਿਰਦੇ ਨੇ। ਦਾਤ ਦੇਣੀ ਬਣਦੀ ਆ ਵੀ। ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ ਮੈਂ ਇਹਦੀ ਵੀਡੀਓ ਇੱਕ ਦਿਖਾਈ ਹੈ, ਮੀਡੀਆ ਨੇ ਇਲੈਕਟ੍ਰੋਨਿਕ ਮੀਡੀਆ ਦਿਖਾਈ ਹੈ। ਉਹ ਵੀਡੀਓ ਵਿੱਚ ਬੜਾ ਮੈਂ ਕਿਹਾ 2 ਕਿੱਲੇ ਵਿੱਚ ਨੂੰ ਪਲਾਟ ਹੋਣਾ ਬੰਦੇ ਦਾ, ਆਲੇ ਦੁਆਲੇ ਦੀਵਾਰ ਕਰੀ ਹੋਈ ਆ ਕਪੂਰਥਲਾ ਦੇ ਵਿੱਚ। ਤੇ ਕਪੂਰਥਲਾ ਵਿੱਚ ਆਪਣੀ ਹੈਗੀ ਆਪਣੀ ਉਹਦੇ ਵਿੱਚ ਉੱਥੇ ਰਹਿੰਦੀ ਆ ਉਹ ਅਮਨ ਜੀ, ਤੇ ਉਹਨੂੰ ਜ਼ਿਆਦਾ ਪਤਾ ਹੋਏਗਾ ਉੱਥੇ। ਪਰ ਜਿਹੜਾ ਹੈਗਾ ਨਾ ਉੱਥੇ ਜੋ ਦੇਖਿਆ ਵੀਡੀਓ ਮੈਂ, ਉਹਦੇ ਵਿੱਚ ਕਿੰਨੇ ਅਵਾਰਾ ਕੁੱਤੇ ਉੱਥੇ ਉਹਦੇ ਵਿੱਚ ਫਿਰਦੇ ਆ। ਉਹ ਸੰਸਥਾ ਕਿੰਨੇ ਅਵਾਰਾ ਕੁੱਤਿਆਂ ਨੂੰ ਉਹ ਸੰਭਾਲ ਰਹੀ ਹੈ, ਉਹਨਾਂ ਨੂੰ ਖਾਣਾ ਵੀ ਦੇ ਰਹੀ ਆ ਉਹ ਅਵਾਰਾ ਕੁੱਤਿਆਂ ਨੂੰ। ਤੇ ਉਹ ਬਾਹਰ ਵੀ ਨਹੀਂ ਜਾਣ ਦੇ ਰਹੇ, ਕਾਫੀ ਖਰਚਾ ਵੀ ਆ ਰਿਹਾ ਉਹਦੇ ਉੱਪਰ। ਤੇ ਇਹ ਹੁਣ ਇਹਦੀ ਪੂਰੀ ਰਿਪੋਰਟ ਤਾਂ ਖੈਰ ਮੈਂ ਤਾਂ ਸਿਰਫ ਦੇਖੀ ਹੈ ਵੀਡੀਓ, ਪੂਰੀ ਰਿਪੋਰਟ ਤਾਂ ਖੈਰ ਅਮਨ ਜੀ ਦੱਸ ਦੇਣਗੇ। ਪਰ ਇਸ ਤਰ੍ਹਾਂ ਦਾ ਕੰਮ ਜਿਹੜਾ ਕਰ ਰਹੀ ਹੈ ਨਾ ਸੰਸਥਾ, ਇਹ ਸ਼ਲਾਘਾਯੋਗ ਵੀ ਕਹਿ ਸਕਦੇ ਹਾਂ, ਸਰਕਾਰ ਦੀ ਨਲਾਇਕੀ ਵੀ ਕਹਿ ਸਕਦੇ ਹਾਂ ਆਪਾਂ। ਇਹ ਕੰਮ ਸਰਕਾਰ ਦੇ ਹੁੰਦੇ ਆ। ਸਰਕਾਰ ਨੂੰ ਜਿਹੜੇ ਅਵਾਰਾ ਕੁੱਤਿਆਂ ਨੂੰ ਜਿਹੜੇ ਕਿ ਬੱਚਿਆਂ ਨੂੰ ਨੋਚ ਹੀ ਖਾ ਲੈਂਦੇ ਆ ਕੁੱਤੇ, ਇਹ ਬੁਰੀ ਤਰ੍ਹਾਂ ਨੁਕਸਾਨ ਕਰਦੇ ਹੈਗੇ, ਤੇ ਉਹਨਾਂ ਕੁੱਤਿਆਂ ਨੂੰ ਸੰਭਾਲਣ ਦੀ ਸਰਕਾਰੀ ਜ਼ਿੰਮੇਵਾਰੀ ਬਣਦੀ ਆ। ਪਰ ਸਰਕਾਰ ਤਾਂ ਅਵਾਰਾ ਪਸ਼ੂਆਂ ਨੂੰ ਸੰਭਾਲਣ ਦੀ ਅਸਮਰਥ ਹੈਗੀ ਹੈ, ਕੁੱਤਿਆਂ ਨੂੰ ਸੰਭਾਲੇਗੀ। ਇਹ ਸੰਸਥਾ ਨੇ ਵਧੀਆ ਕੰਮ ਕੀਤਾ। ਚਲੋ ਧੰਨਵਾਦ ਤੁਹਾਡਾ ਸੋਨਾ ਸਾਹਿਬ ਜੀ, ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਚਵਲਾ ਸਾਹਿਬ, ਧੰਨਵਾਦ ਤੁਹਾਡਾ। ਇਹ ਸਨ ਜੀ ਸਰਦਾਰ ਗੁਰਨਾਮ ਸਿੰਘ ਜੀ ਕੀਦਾ। ਦੋਸਤੋ ਮੈਂ ਤੁਹਾਡਾ ਦੋਸਤ ਅਤੇ ਹੋਰ ਦਿਲਬਾਗ ਸਿੰਘ ਚਾਵਲਾ। ਸ਼ਾਮ ਨੂੰ ਫਿਰ 8 ਵਜੇ ਤੋਂ ਲੈ ਕੇ 12 ਵਜੇ ਤੱਕ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇੰਨਾ ਹੀ ਪ੍ਰਵਾਨ। ਰੱਬ ਰਾਖਾ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।